हाँ जी, सारिਆਂ ਨੂੰ ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਇਸ YouTube ਚੈਨਲ ਸੰਤਵੀਰ ਸਰ ਤੇ। ਸੋ ਆਪਾਂ ਗੱਲ ਕਰਾਂਗੇ ਅੱਜ ਕੁਝ ਮਹੱਤਵਪੂਰਨ ਗੱਲਾਂ ਕਰਨੀਆਂ ਤੁਹਾਡੇ ਨਾਲ, MCQ ਕੁਝ ਕਰਵਾਉਣੇ ਆ ਤੁਹਾਨੂੰ ਇੰਪੋਰਟੈਂਟ, ਤੇ ਉਸ ਤੋਂ ਪਹਿਲਾਂ ਤੁਹਾਨੂੰ 2-4 ਗੱਲਾਂ ਇੰਪੋਰਟੈਂਟ ਹੈ ਜਿਹੜੀਆਂ ਉਹ ਤੁਹਾਨੂੰ ਜ਼ਰੂਰ ਦੱਸਣੀਆਂ ਤੁਹਾਡੇ ਹਿਸਾਬ ਨਾਲ ਹੈ ਜਿਹੜੀਆਂ। ਹਾਂ, ਇੱਕ ਨਾ ਮੈਂ ਪਲੇ ਸਟੋਰ ਖੋਲ੍ਹ ਰੱਖਿਆ ਸੀਗਾ ਗੂਗਲ 'ਤੇ ਹੀ। ਤੁਸੀਂ ਜਿਵੇਂ ਮੋਬਾਈਲ ਦੇ ਵਿੱਚ ਪਲੇ ਸਟੋਰ ਖੋਲ੍ਹਦੇ ਹੋ, ਮੈਂ ਆਪਣੀ ਐਪ ਦੇ ਬਾਰੇ ਚੈੱਕ ਕਰ ਰਿਹਾ ਸੀ। ਆਪਣੀ ਜਿਹੜੀ ਨਿਊ ਐਪ ਹੈ SS ਐਜੂਕੇਸ਼ਨ ਹੈ ਨਾ, ਬਹੁਤ ਸਾਰੇ ਸਟੂਡੈਂਟ ਹੈ ਜਿਹੜੇ ਉਹਨਾਂ ਦੇ ਮੈਸੇਜ ਵੀ ਆਏ ਸੀਗੇ, ਉਹਨਾਂ ਨੂੰ ਸ਼ਾਇਦ ਲੱਭ ਨਹੀਂ ਰਹੀ ਸੀਗੀ ਹੈ ਨਾ। ਵੀ ਜਦੋਂ ਤੁਸੀਂ SS ਐਜੂਕੇਸ਼ਨ ਲਿਖੋਗੇ ਵੈਸੇ ਹੀ ਇੱਕ ਤਾਂ ਨੋਰਮਲੀ ਆ ਜਾਓ, ਜਦੋਂ ਤੁਸੀਂ ਸਰਚ ਕਰੋਗੇ ਆ ਪਲੇ ਸਟੋਰ 'ਤੇ ਖੋਲ੍ਹਣੀ ਹੈ ਤੁਸੀਂ। ਮੋਬਾਈਲ ਦੇ ਵਿੱਚ ਪਲੇ ਸਟੋਰ ਹੁੰਦਾ ਨਾ, ਮੈਂ ਇਹਦੇ ਵਿੱਚ ਗੂਗਲ ਦੇ ਵਿੱਚ ਪਲੇ ਸਟੋਰ ਖੋਲ੍ਹਿਆ ਹੋਇਆ, ਤੁਸੀਂ ਪਲੇ ਸਟੋਰ 'ਚੋਂ ਡਾਇਰੈਕਟ ਦੇਖ ਸਕਦੇ ਹੋ। ਜਿਵੇਂ SS ਐਜੂਕੇਸ਼ਨ ਲਿਖਾਂਗੇ ਨਾ ਜਦੋਂ ਆਪਾਂ SS ਐਜੂਕੇਸ਼ਨ, ਆਹ ਦੇਖੋ ਇਸ ਤਰ੍ਹਾਂ ਆ ਜਾਊਗਾ। ਇਹ ਐਪ ਹੈ ਆਪਣੀ, ਆਹ ਦੇਖੋ ਆਹ ਲੋਗੋ ਹੈ ਇਹਦਾ, ਆਹ ਵਾਲਾ ਲੋਗੋ ਹੈ ਨਾ ਜਿਹੜਾ, ਇਹ ਹੈ ਆਪਣੀ ਐਪ ਦਾ ਨਵਾਂ ਲੋਗੋ। SS ਐਜੂਕੇਸ਼ਨ ਲਿਖਿਆ ਹੋਇਆ, S ਲਿਖਿਆ ਹੋਇਆ, ਅਤੇ ਆਹ ਲੋਗੋ ਹੈ। ਬਸ ਲੋਗੋ ਤੋਂ ਪਹਿਚਾਣ ਆਉਂਦੀ ਹੁੰਦੀ ਹੈ ਨਾ। ਹਾਂ, ਇਹ ਤੁਸੀਂ ਇੱਕ ਵਾਰ ਲੋਗੋ ਦੇਖ ਲਓ ਤੁਸੀਂ, ਉਸ ਤੋਂ ਬਾਅਦ ਥੱਲੇ ਤੁਸੀਂ ਜਾ ਕੇ ਪੜ੍ਹ ਸਕਦੇ ਹੋ। ਜਦੋਂ ਇਸ ਐਪ ਨੂੰ ਤੁਸੀਂ ਇੰਸਟਾਲ ਕਰ ਲਓਗੇ, ਇਹਦੇ ਅੰਦਰ ਜਾ ਕੇ ਤੁਸੀਂ ਫਿਰ ਦੇਖ ਸਕਦੇ ਹੋ ਵੀ ਕਿਹੜਾ ਕਿਹੜਾ ਕੋਰਸ, ਕਿਹੜੀ ਕਿਹੜੀ ਟੈਸਟ ਸੀਰੀਜ਼ ਚੱਲ ਰਹੀ ਹੈ। ਹਾਂਜੀ ਠੀਕ ਹੈ। ਸੋ ਤੁਸੀਂ ਐਪ ਦੇ ਬਾਰੇ ਹੈ ਨਾ ਜ਼ਰੂਰ ਥੋੜ੍ਹਾ ਜਿਹਾ ਰੱਖਿਓ ਧਿਆਨ। ਐਪ ਦਾ ਲੋਗੋ ਦੇਖ ਲਓ ਤੁਸੀਂ, SS ਐਜੂਕੇਸ਼ਨ ਐਪ ਦਾ ਲੋਗੋ, ਰੰਗ ਦੇਖ ਲਓ ਉਹਦਾ, ਅਤੇ ਆ ਵੀ ਲਿਖਿਆ ਹੋਇਆ ਐਜੂਕੇਸ਼ਨ ਰਾਈਟਸ ਮੀਡੀਆ ਲਿਖ ਰੱਖਿਆ ਇਹਦਾ ਐਪ, ਮਤਲਬ ਜਿਨ੍ਹਾਂ ਨੇ ਬਣਾਈ ਉਹ ਵੀ ਲਿਖ ਰੱਖਿਆ ਸਾਰਾ ਕੁਛ ਹੀ ਹੈ। ਹਾਂ ਠੀਕ ਹੈ। ਸੋ ਆ ਗੱਲ ਕਲੀਅਰ ਹੋ ਗਈ। ਹੁਣ ਇੱਕ ਹੋਰ ਗੱਲ ਤੁਹਾਨੂੰ ਦੱਸਾਂ, ਮੈਂ ਕੀ ਸੋਚ ਰਿਹਾ ਸੀਗਾ ਇਹਨਾਂ ਦਿਨਾਂ ਦੇ ਵਿੱਚ। ਮੈਂ ਸੋਚਦਾ YouTube 'ਤੇ ਨਾ ਮੇਰਾ ਵਾਲਾ ਚੈਨਲ ਹੈ ਜਿਹੜਾ ਸੰਤਵੀਰ ਸਰ, ਉਹਦੇ 'ਤੇ ਮੈਂ ਲਾਈਵ ਆ ਕੇ ਅਤੇ MCQ ਕਰਵਾਇਆ ਕਰੂੰਗਾ। ਲਾਈਵ ਆਉਣ ਦਾ ਇਹਨਾਂ ਦਿਨਾਂ ਦੇ ਵਿੱਚ ਮੈਂ 1-2 ਵਾਰ ਤੁਹਾਨੂੰ ਪਤਾ ਲਾਈਵ ਹੋਇਆ ਵੀ ਹੈ। ਲਾਈਵ ਹੁੰਦਾ ਜਦੋਂ ਫਿਰ ਉਸ ਤੋਂ ਬਾਅਦ 1-2 ਦਿਨਾਂ ਤਾਈਂ ਸਟੂਡੈਂਟ ਮੈਸੇਜ ਕਰਦੇ ਰਹਿੰਦੇ ਆ ਵੀ ਸਰ ਜੀ ਤੁਸੀਂ ਜਿਹੜਾ ਲਾਈਵ ਆਏ ਸੀ ਨਾ ਉਹ ਸਾਨੂੰ ਲਿੰਕ ਭੇਜੋ, ਕਿਉਂਕਿ ਉਹ ਸਟੂਡੈਂਟ ਨੇ ਚੈਨਲ ਹੀ ਨਹੀਂ ਸਬਸਕ੍ਰਾਈਬ ਕਰ ਰੱਖਿਆ, ਚੈਨਲ ਸਬਸਕ੍ਰਾਈਬ ਹੀ ਨਹੀਂ ਕਰ ਰੱਖਿਆ ਹੈ ਨਾ। ਇਹ ਨਾ ਤੁਸੀਂ ਇਸ ਤਰ੍ਹਾਂ ਨਾ ਕਰੋ ਵੀ ਮੇਰਾ ਨਾਮ ਤੁਸੀਂ ਸਰਚ ਕਰ ਲੈਂਦੇ ਹੋ YouTube 'ਤੇ ਅਤੇ ਤੁਸੀਂ ਕਹਿ ਦਿੰਦੇ ਹੋ ਬਸ ਠੀਕ ਆ ਅਸੀਂ ਦੇਖ ਲਈ ਵੀਡੀਓ ਅਤੇ ਓਕੇ ਆ ਕੰਮ ਹੈ ਨਾ। ਆਹ ਕੰਮ ਨਾ ਕਰੋ ਤੁਸੀਂ ਹੈ ਨਾ। ਮੇਰਾ ਚੈਨਲ ਆ ਜਿਹੜਾ ਜ਼ਰੂਰ ਸਬਸਕ੍ਰਾਈਬ ਕਰੋ। ਹੁਣ ਜਿਵੇਂ ਤੁਸੀਂ ਜੇ ਮੰਨ ਲਓ ਮੇਰਾ ਨਾਮ ਲਿਖਦੇ ਹੋ ਹੈ ਨਾ, ਤਾਂ ਮੇਰਾ ਨਾਮ ਤਾਂ ਚਲੋ ਆ ਹੀ ਜਾਊਗਾ, ਕਈ ਐਡੀ ਵੱਡੀ ਗੱਲ। ਅੱਛਾ, ਮੇਰੇ ਨਾਮ ਦੀ ਸਪੈਲਿੰਗ ਮੈਂ ਹੀ ਗਲਤ ਕਰਤਾ ਕਿ? ਹਾਂ ਠੀਕ ਹੈ, ਹੁਸ਼ਿਆਰ ਹਾਂ ਮੈਂ ਪੂਰਾ ਫਿਰ ਤਾਂ। ਸਿਮਰਨਜੀਤ ਸਰ ਜਦੋਂ ਤੁਸੀਂ ਲਿਖੋਗੇ ਅਤੇ ਇਹ ਫਿਰ ਮੇਰੀਆਂ ਮਤਲਬ ਵੀਡੀਓਜ਼ ਐਵੇਂ ਆਉਣੀਆਂ ਸ਼ੁਰੂ ਹੋ ਜਾਂਦੀਆਂ YouTube 'ਤੇ ਹੈ ਨਾ। ਇਸ ਤਰ੍ਹਾਂ ਦਾ ਤੁਸੀਂ ਦੇਖਦੇ ਹੋ, ਆਹ ਦੇਖੋ ਹੈ ਨਾ। ਇਸ ਤਰ੍ਹਾਂ ਬਸ ਸਟੂਡੈਂਟ ਕੀ ਕਰਦੇ ਆ, ਇੱਥੋਂ ਦੇਖ ਕੇ ਅਤੇ ਆਪਦਾ ਬਸ ਠੀਕ ਹੈ, ਅਤੇ ਇਹ ਚੈਨਲ ਨੂੰ ਸਬਸਕ੍ਰਾਈਬ ਹੀ ਨਹੀਂ ਕਰਦੇ। ਹੁਣ ਜੇ ਮੰਨ ਲਓ ਤੁਸੀਂ ਮੇਰੀ ਆਹ ਵੀਡੀਓ ਚਲਾ ਲਈ, ਛੰਦ ਵਾਲੀ, ਕਾਫੀ ਪੁਰਾਣੀ ਵੀਡੀਓ ਹੈ ਨਾ ਇਹ। ਹਾਂ ਇੱਕ ਮਿੰਟ, ਐਡ ਚੱਲੂਗੀ ਇਹਦੇ। ਐਡ ਤਾਂ ਕੀ, ਮੈਂ ਵੈਸੇ ਤੁਹਾਨੂੰ ਦੱਸਦਾ ਵੀ ਆਹ ਦੇਖੋ ਆਹ ਹੈ ਚੈਨਲ ਦਾ ਨਾਮ, ਬਈ ਤੁਸੀਂ ਇੱਥੇ ਕਲਿੱਕ ਕਰੋ, ਚੈਨਲ 'ਤੇ ਆਪਣੇ 'ਤੇ ਜਾਓ, ਠੀਕ ਹੈ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਭਲਿਓ ਲੋਕੋ। ਆਹ ਦੇਖੋ ਬੈਲ ਆਈਕਨ ਦਬਾ ਲਓ, ਸਬਸਕ੍ਰਾਈਬ ਨੂੰ ਸਬਸਕ੍ਰਾਈਬਡ ਕਰ ਦਿਓ, ਆਹ ਲਿਖਿਆ ਹੋਇਆ ਸਬਸਕ੍ਰਾਈਬ ਕਰੇ। ਆਹ ਦੇਖੋ ਮੈਂ ਸਬਸਕ੍ਰਾਈਬ ਕਰ ਲਿਆ ਆਪਦਾ ਚੈਨਲ ਆਪ ਹੀ ਹੈ। ਹਾਂ, ਅਤੇ ਐਵੇਂ ਕਰਕੇ ਤੁਸੀਂ ਵੀ ਕਰੋ ਥੋੜ੍ਹਾ ਜਿਹਾ ਹੈ ਨਾ, ਚੈਨਲ ਸਬਸਕ੍ਰਾਈਬ ਕਰ ਲਓ, ਫਿਰ ਹੀ ਲਾਈਵ ਆਉਣ ਦਾ ਫਾਇਦਾ। ਜੇ ਮੰਨ ਲਓ ਤੁਸੀਂ ਲਾਈਵ ਕਹਿੰਦੇ ਹੋ ਵੀ ਸਰ ਲਾਈਵ ਆਉਣ ਅਤੇ ਤੁਸੀਂ ਸਬਸਕ੍ਰਾਈਬ ਹੀ ਨਹੀਂ ਕਰ ਰੱਖਿਆ, ਤੁਸੀਂ ਮੈਨੂੰ ਸਿੱਧਾ ਮਤਲਬ YouTube 'ਤੇ ਸਿਮਰਨਜੀਤ ਸਰ ਲਿਖ ਕੇ ਅਤੇ ਤੁਸੀਂ ਸਰਚ ਕਰਕੇ ਭਾਲ ਕੇ ਅਤੇ ਵੀਡੀਓ ਦੇਖ ਲੈਂਦੇ ਆ ਹੈ ਨਾ। ਅਤੇ ਜੇ ਨਹੀਂ ਤੁਹਾਡੇ ਲੋਟ ਆਉਂਦੀ ਵੀਡੀਓ, ਤੁਹਾਨੂੰ ਨਹੀਂ ਪਤਾ ਲੱਗਦਾ, ਫਿਰ ਤੁਸੀਂ ਕਹਿੰਦੇ ਹੋ ਵੀ ਮੈਂ ਤੁਹਾਨੂੰ ਲਿੰਕ ਭੇਜਾਂ, ਅਤੇ ਮੈਨੂੰ ਲਿੰਕ ਮਸਾਂ ਹੀ ਲੱਭਦਾ। ਫਿਰ ਮੈਨੂੰ ਵੀ ਨਹੀਂ ਧਿਆਨ ਰਹਿੰਦਾ ਵੀ ਉਹ ਮਤਲਬ ਲਿੰਕ ਕਾਪੀ ਪੇਸਟ ਕਰਕੇ ਅਤੇ ਉਹ ਥੋੜ੍ਹਾ ਜਿਹਾ ਹੈ ਨਾ ਆਪਣੇ ਸਮੇਂ ਦੀ ਕੀਮਤ ਤੁਸੀਂ ਸਮਝੋ, ਮੇਰੇ ਵੀ ਸਮੇਂ ਦੀ ਥੋੜ੍ਹੀ ਜਿਹੀ ਕੀਮਤ ਸਮਝਿਆ ਕਰੋ ਇਸ ਚੀਜ਼ ਤੋਂ ਥੋੜ੍ਹਾ ਜਿਹਾ ਹੈ ਨਾ। ਤੁਸੀਂ ਚੈਨਲ ਸਬਸਕ੍ਰਾਈਬ ਤਾਂ ਕਰੋ ਕਮ ਸੇ ਕਮ, ਮੈਂ ਵੇਖਦਾ ਰਹਿਣਾ। ਮੈਨੂੰ ਤਾਂ ਬਾਅਦ 'ਚ ਪਤਾ ਲੱਗਿਆ ਇਹਨਾਂ ਦਿਨਾਂ ਦੇ ਵਿੱਚ ਵੀ ਜਿਵੇਂ ਮੰਨ ਲਓ ਵੀ 100% ਨੇ ਦੇਖੀ ਵੀਡੀਓ ਅਤੇ ਵਿੱਚੋਂ 30% ਨੇ ਚੈਨਲ ਹੀ ਨਹੀਂ ਸਬਸਕ੍ਰਾਈਬ ਕੀਤਾ ਹੁੰਦਾ। ਅਤੇ ਆਹ ਨਾ ਤੁਸੀਂ ਕਰੋ, ਚੈਨਲ ਸਬਸਕ੍ਰਾਈਬ ਕਰੋ, ਫਿਰ ਹੀ ਲਾਈਵ ਦਾ ਮਜ਼ਾ ਹੈ। ਲਾਈਵ ਦਾ ਮੈਂ ਕੋਸ਼ਿਸ਼ ਕਰ ਰਿਹਾ ਵੀ ਲਾਈਵ 'ਚ ਆਵਾਂ ਹੈ ਨਾ, ਅਤੇ ਲਾਈਵ ਦਾ ਮਜ਼ਾ ਫਿਰ ਤਾਂ ਹੀ ਹੈ ਵੀ ਜੇ ਹੈ ਨਾ ਤੁਸੀਂ ਆਪ ਥੋੜ੍ਹਾ ਜਿਹਾ ਇਸ ਚੀਜ਼ ਨੂੰ ਆਪਦੀ ਵੀ ਥੋੜ੍ਹੀ ਜਿਹੀ ਜ਼ਿੰਮੇਵਾਰੀ ਸਮਝੋ ਤੁਸੀਂ ਹੈ ਨਾ। ਹਾਂ ਠੀਕ ਹੈ। ਸੋ ਆਪਾਂ ਚੱਲਦੇ ਹਾਂ, ਸਭ ਤੋਂ ਪਹਿਲਾਂ ਗੱਲ ਕਰੀਏ ਆਪਾਂ ਕੁਝ ਪ੍ਰਸ਼ਨ ਚੈੱਕ ਕਰ ਲਈਏ, ਕੁਝ ਪ੍ਰਸ਼ਨ ਦੇਖਦੇ ਹਾਂ। ਆ ਜਾਓ ਫਿਰ ਆਪਾਂ MCQ ਦੇ ਕੁਝ ਪ੍ਰਸ਼ਨ ਦੇਖੀਏ। ਹਾਂ ਠੀਕ ਹੈ ਜੀ। ਹਾਂ,
कुछ प्रश्न होर है, अच्छे अच्छे प्रश्न है, अच्छे अच्छे मतलब वधिया वधिया प्रश्न है। हाँ, पहला प्रश्न देखो तुसी। हाँ, पहला प्रश्न हैगा भी धुनी बोध विच किस बारे जानकारी नहीं दिती जाती। ਇਹਦਾ मतलब ये है भी ਤੁਹਾਨੂੰ ਧੁਨੀ बोध, शब्द बोध, वाक बोध की प्रॉपर परिभाषा पता होनी चाहिए है। इस तरह के प्रश्न बन सकते हैं भी जे धुनी बोध ते प्रश्न बनया फिर शब्द बोध ते भी बन सकता है भी शब्द बोध विच किस बारे जानकारी नहीं दिती जाती। वो जदों तुसी परिभाषा पढ़ोगे तुसी है ना, तो ਉਹਦੇ ਵਿੱਚ ਤੁਹਾਨੂੰ ਪ੍ਰੋਪਰ ਪਤਾ ਲੱਗੂਗਾ ਵੀ ਸ਼ਬਦ ਬੋਧ ਦੇ ਵਿੱਚ ਆਪਾਂ ਕੀ ਪੜ੍ਹਦੇ ਹਾਂ, ਧੁਨੀ ਬੋਧ ਦੇ ਵਿੱਚ ਆਪਾਂ ਕੀ ਪੜ੍ਹਦੇ ਹਾਂ, ਵਾਕ ਬੋਧ ਦੇ ਆਪਾਂ ਵਿੱਚ ਕੀ ਪੜ੍ਹਦੇ ਹਾਂ। ਤੁਹਾਨੂੰ ਲੱਗਦਾ ਹੋਊਗਾ ਵੀ ਪ੍ਰਸ਼ਨ ਕਾਮਨ ਜਿਹਾ, ਪਰ ਉੱਥੇ ਨਹੀਂ ਪਤਾ ਲੱਗਦਾ ਹੁੰਦਾ। ਜਦੋਂ ਐਗਜ਼ਾਮ ਹਾਲ ਦੇ ਵਿੱਚ ਬੈਠੇ ਹੋਈਏ ਉਦੋਂ ਨਹੀਂ, ਉਦੋਂ ਸੁਰਤ ਬਦਲ ਜਾਂਦੀ ਹੈ ਵੱਡਿਆਂ ਵੱਡਿਆਂ ਦੀ। ਹੁਣ ਦੇਖੋ ਪ੍ਰਸ਼ਨ ਕੀ ਕਹਿੰਦਾ, ਕਹਿੰਦਾ ਧੁਨੀ ਬੋਧ ਵਿੱਚ ਕਿਸ ਬਾਰੇ ਜਾਣਕਾਰੀ ਨਹੀਂ ਦਿੱਤੀ ਜਾਂਦੀ। ਸ਼ਬਦ ਜੋੜਾਂ ਦੇ ਨਿਯਮ, ਲਗਾਖਰ, ਵਰਨਮਾਲਾ ਜਾਂ ਸ਼ਬਦ ਰਚਨਾ। सो ये आप देख लो तुसी धुनी बोध दे आप पढ़ते हैं किहड़ियां चीज़ां। हाँ, धुनी बोध विच किस बारे जानकारी नहीं दी जाती। एक बार फिर प्रश्न देख लो, शब्द जोड़ां दे नियम, लगाखर, वर्णमाला जां शब्द रचना। ठीक है, पढ़ लिया तुसी प्रश्न। हाँ, भी किहड़ी चीज़ है जिहदे बारे जानकारी नहीं दी जाती। जदों आपां धुनी बोध की परिभाषा पढ़ते हैं तो उहदे विच पढ़ते आपां भी धुनी बोध दे विच वर्णमाला, लगाखर ਅਤੇ शब्द जोड़ां ਦੇ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਹੀ ਪੜ੍ਹਦੇ ਆਪਾਂ ਧੁਨੀ ਬੋਧ ਦੇ ਵਿੱਚ ਹੈ ਨਾ। ਅੱਖਰ, ਲਗਾਖਰ ਇਹ ਸਾਰੀਆਂ ਆਪਾਂ ਧੁਨੀ ਬੋਧ ਦੇ ਵਿੱਚ ਪੜ੍ਹਦੇ ਹਾਂ। ਸ਼ਬਦ ਜੋੜਾਂ ਦੇ ਨਿਯਮ ਜਿਹੜੇ ਹੈਗੇ ਆ ਇਹਨਾਂ ਨੂੰ ਵੀ ਧੁਨੀ ਬੋਧ ਦੇ ਅੰਤਰਗਤ ਹੀ ਵਿਚਾਰਿਆ ਜਾਂਦਾ ਹੈ। ਸੋ ਅੱਗੇ ਜਿਹੜਾ ਡੀ ਨੰਬਰ ਆਪਸ਼ਨ ਹੈ ਇਹ ਤੁਹਾਡਾ ਸਹੀ ਹੈ, मतलब ਇਹ ਗਲਤ ਹੈ। कहने का मतलब भी ये बारे नहीं जानकारी दी जाती। सो तुहाडा सही उत्तर है जिहड़ा वो हैगा डी। ठीक है जी, ये थोड़ा जिहा ध्यान च रखना। तुसीं वधिया प्रश्न है इस तरह के मिलते जुलते प्रश्न भी मैं तुहानूं दसते हैं किहड़े किहड़े हो सकते हैं। ठीक है, रंग थोड़ा जिहा ठीक है। हाँ, अगला प्रश्न ते चलते हैं जी। अगले प्रश्न ते अगला प्रश्न कहता है भी नवीन वर्ग विच फारसी दीयां धुनियां हन। नवीन वर्ग दे विच फारसी दीयां धुनियां हन। किन्नियां फारसी दीयां धुनियां? A 5, B 6, C 3 या D 10। अगर तुसी देखो तो नवीन बाकी सारे जिहड़े हैगे आ मुख वर्ग तो लैके अंतिम वर्ग तक जिहड़े हैगे आ 7 वर्ग बनते हैं। मुख वर्ग तो लैके अंतिम वर्ग तक 7 वर्ग बनते हैं, है ना। तो ये जिहड़ा नवीन वर्ग है ये हैगा तुहाडा 8वां वर्ग। ये किनवां है बई? 8वां वर्ग है। ये 8वां वर्ग है। 8वें वर्ग दे विच 6 धुनियां टोटल, मतलब 6 अखर है ना। 8वें वर्ग दे विच आपां 6 अखर पढ़ते हैं। तो ये नवीन वर्ग दे विच फारसी दीयां धुनियां किहड़ियां किहड़ियां, जिवें 6 पढ़ते हैं सस्से पैर बिंदी, खखे पैर बिंदी, गग्गे पैर बिंदी, जज्जे पैर बिंदी, फफे पैर बिंदी, लल्ले पैर बिंदी। 6 हो गई है ना। ये आ 5 है जिहड़ियां फारसी प्रभाव वालियां। लल्ले पैर बिंदी है जिहड़ी पंजाबी भाषा विभाग वालों निर्धारित की गई है ना, जिहड़ी पेंडू शब्दावली है उसनूं प्रगट करने वास्ते। सो ये तो अपनी हो गई है ना, इहदा तो फारसी नाल कोई लिंक नहीं। इहदा मतलब फारसी दीयां धुनियां जिहड़ियां वो हैगियां। हाँ, पैर बिंदी वालियां 6 है। नुकते वाले अखर जिन्होंने पैर बिंदी मतलब नुकते वाले अखर है, जिहड़े नुकते वालियां धुनियां जिहड़ियां वो तो 6 बनदियां। उहदे विचों फारसी दीयां धुनियां जिहड़ियां वो 5 है। मतलब की है भी फारसी पंजाबी भाषा दे उपर फारसी का जिहड़ा बहुत ज़्यादा प्रभाव है। इस करके फारसी नूं प्रगटाउण वास्ते, फारसी दीयां धुनियां नूं प्रगटाउण वास्ते 5 धुनियां दी वरतों। नवीन वर्ग दे विच फारसी दीयां किन्नियां धुनियां बई? 5 है। तुहाडा उत्तर ऑप्शन नंबर ए है जिहड़ा ये तुहाडा सही है। सो ठीक है जी, ये भी गल तुसीं याद रखनी है, थ्योरी नाल नाल तुसीं याद रखनी है। हाँ, गुरमुखी वर्णमाला दे मूल रूप विच वर्ग हन। देखो गुरमुखी वर्णमाला की जदों आप गल करते हैं, गुरमुखी वर्णमाला नूं 2 रूपों के विचारिया जाता है। एक तो वो मूल रूप दे विच, एक वो वर्तमान स्वरूप दे विच। एक मूल स्वरूप, एक वर्तमान स्वरूप। मूल स्वरूप दे विच इहदे विच 35 अखर सन, इस करके तो इसनूं गुरमुखी वर्णमाला नूं 35 भी कहा जाता है। ठीक है, सही है, गल क्लीयर है तुहाडी है ना इत्थों तक। उस तो बाद अगे वर्तमान दे विच की है भी इहदे विच जिहड़ा नवीन वर्ग होर जोड़िया गया 6 अखरां दा, ते 35 ते 6 कुल जिहड़े वर्तमान दे विच अखर है 41 है। जिहड़ा सीगा मतलब की है गुरमुखी वर्णमाला दे मूल स्वरूप दे विच इहदे विच वर्ग सीगे 7। वर्ग किन्ने सी? 7। एक हो गया, हाँ थोड़ा जिहा चैक कर लेने हैं, देखो थोड़ा जिहा चैक करना। एक हो गया ऊड़े अड़े वाला, उस तो बाद हो गया कक्के वाला, उस तो बाद हो गया चच्चे वाला, उस तो बाद हो गया टैंके वाला, उस तो बाद हो गया तत्ते वाला, उस तो बाद हो गया पप्पे वाली लाइन। ठीक है, तो उस तो बाद होगी यईये वाली लाइन। आ लो यईया
ਯਈਆ ਵਾਵਾ ਰਾਰਾ ਜਿਹੜਾ ਉਹ ਯਈਆ ਵਾਵਾ ਲੱਲਾ ਰਾਰਾ ਅੜਾੜਾ ਹੈ ਨਾ, ਉਹ ਜਿਹੜੇ ਅੱਖਰ ਅੰਤ ਦੇ ਵਿੱਚ ਹੈ ਨਾ। ਲਓ ਆ 7 ਬਣਦੇ ਆ। ਤੇ ਉਸ ਤੋਂ ਬਾਅਦ 8ਵੇਂ ਨੰਬਰ ਤੇ ਜਿਹੜਾ 8ਵਾਂ ਵਰਗ ਹੈ ਉਹਨੂੰ ਆਪਾਂ ਨਵੀਨ ਵਰਗ ਕਹਿੰਦੇ ਆ ਹੈ ਨਾ। 7ਵਾਂ ਜਿਹੜਾ ਉਹਨੂੰ ਅੰਤਮ ਵਰਗ ਕਹਿੰਦੇ ਆ, 7ਵੇਂ ਨੂੰ ਅੰਤਮ ਆ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ। ਇਹ ਵੀ ਇੱਕ ਕੁੰਡੀ ਹੈ, ਹਾਲਾਂਕਿ ਹੁਣ ਤਾਂ ਸੁਲਝ ਗਈ ਹੋਊਗੀ ਤੁਹਾਡੀ ਹੈ ਨਾ ਵੀ ਇਹ ਕੁੰਡੀ ਹੈ ਜਿਹੜੀ ਇਹ ਸੁਲਝਾ ਲਈ ਹੈ ਤੁਸੀਂ ਇਹ, ਕਿਉਂਕਿ ਇਹਨੂੰ ਤੁਸੀਂ ਬਹੁਤ ਵਾਰ ਪੜ੍ਹ ਚੁੱਕੇ ਹੋ, ਇਸ ਕਰਕੇ ਤੁਹਾਨੂੰ ਪਤਾ ਵੀ 7ਵਾਂ ਵਰਗ ਹੈ ਉਹ ਅੰਤਮ ਹੈ ਤੇ ਉਸ ਤੋਂ ਬਾਅਦ 8ਵਾਂ ਉਹ ਨਵੀਨ ਹੈ। ਨਵੀਨ ਵਰਗ ਨੂੰ ਜੋੜ ਕੇ 8 ਬਣਦੇ ਆ। ਆਪਸ਼ਨ ਦੇ ਵਿੱਚ 8 ਵੀ ਹੈ ਤੇ 7 ਵੀ ਹੈ। ਮੂਲ ਰੂਪ ਦੇ ਵਿੱਚ ਵਰਗ ਬਣਦੇ ਆ 7। ਸੋ ਠੀਕ ਹੈ ਜੀ। ਹਾਂ, ਵਰਤਮਾਨ ਰੂਪ ਦੇ ਵਿੱਚ ਵਰਗ ਕਿੰਨੇ ਆ ਤੇ ਵਰਤਮਾਨ ਦੇ ਵਿੱਚ ਭਾਈ 8 ਵਰਗ ਹੈ। ਠੀਕ ਹੈ। ਅਗਲਾ ਪ੍ਰਸ਼ਨ ਹੈ ਜਿਹੜਾ, ਹਾਂ ਇਹਦਾ ਆਪਸ਼ਨ ਥੋੜੇ ਜਿਹੇ ਗਲਤ ਸੀਗੇ, ਇਹ ਆਪਸ਼ਨ ਵੀ ਸਹੀ ਕਰਵਾ ਦਿੰਦਾ ਮੈਂ ਹੈ ਨਾ। ਮੁੱਖ ਵਰਗ ਵਿੱਚ ਵਿਅੰਜਨ ਹਨ। ਮੁੱਖ ਵਰਗ ਦੇ ਵਿੱਚ ਵਿਅੰਜਨ ਕਿੰਨੇ ਆ ਬਾਈ? ਮੁੱਖ ਵਰਗ ਦੇ ਵਿੱਚ ਕੁੱਲ 5 ਹੀ ਅੱਖਰ ਹੈ, ਤੁਹਾਨੂੰ ਪਤਾ ਹੀ ਹੈ 5 ਹੀ ਅੱਖਰ ਹੈ। 1 ਤੋਂ ਲੈ ਕੇ 7 ਤੱਕ ਜਿਹੜਾ ਹੈਗਾ ਹਰ ਦੇ ਵਿੱਚ 5 ਅੱਖਰ ਹੈ, 7 5 35 ਬਣਦੇ ਆ ਹੈ ਨਾ। ਹਾਂ, ਪਰ 8ਵਾਂ ਵਰਗ ਹੈ ਜਿਹੜਾ ਨਵੀਨ ਵਰਗ ਆ ਉਹਦੇ ਵਿੱਚ 6 ਹੈ। ਠੀਕ ਹੈ। ਸੋ ਇੱਥੇ ਕੀ ਆ ਵੀ ਮੁੱਖ ਵਰਗ ਦੇ ਵਿੱਚ ਵਿਅੰਜਨ ਕਿੰਨੇ ਹਨ? ਸੋ ਇਹ ਹੈ ਜਿਹੜਾ ਤੁਹਾਡਾ, ਖੜ ਜਾਓ ਇਹਨੂੰ ਮਿਟਾ ਲਾਂ ਮੈਂ, 1 ਮਿੰਟ ਰੁਕੋ। ਹਾਂ ਹਾਂ ਠੀਕ ਹੈ। ਮੁੱਖ ਵਰਗ ਦੇ ਵਿੱਚ ਵਿਅੰਜਨ ਕਿੰਨੇ ਆ ਬਈ? 3 ਹੈ, 5 ਹੈ, 6 ਹੈ, 4 ਹੈ। ਹੁਣ ਇਹਨੂੰ ਤੁਸੀਂ ਇੱਕ ਕੋਈ ਆਪਸ਼ਨ 2 ਜ਼ਰੂਰ ਕਰ ਲਿਓ ਹੈ ਨਾ, 5 ਨੂੰ 2 ਕਰ ਲਿਓ। ਅਸਲ ਦੇ ਵਿੱਚ ਇਹਦਾ ਆਪਸ਼ਨ ਹੈ ਜਿਹੜਾ ਇੱਕ ਹੋਰ ਪਊਗਾ 2, ਕਿਉਂਕਿ ਮੁੱਖ ਵਰਗ ਦੇ ਵਿੱਚ ਵਿਅੰਜਨ 2 ਬਣਦੇ ਆ ਹੈ ਨਾ। ਆਪਸ਼ਨ ਸਹੀ ਕਰਵਾਉਣ ਦਾ ਮਤਲਬ ਇਹੀ ਹੈ। ਆਪਸ਼ਨ ਸਹੀ ਕਿਉਂ ਕਰਵਾਇਆ? ਵੀ ਉਹੋ ਹੀ ਆਪਸ਼ਨ ਹੈ ਸਹੀ, ਕਹਿਣ ਦਾ ਮਤਲਬ ਇਹ ਹੁੰਦਾ ਹੈ ਨਾ। ਹਾਂ, ਮੁੱਖ ਵਰਗ ਦੇ ਵਿੱਚ ਵਿਅੰਜਨ ਕਿੰਨੇ ਆ ਬਾਈ? 2 ਹੀ ਬਣਦੇ ਆ। ਮੁੱਖ ਵਰਗ ਦੇ ਵਿੱਚ 5 ਹੈ। ਕਿਹੜੇ ਕਿਹੜੇ ਆ? ਊੜਾ ਇੱਕ ਤਾਂ, ਇੱਕ ਹੈਗਾ ਐੜਾ, ਇੱਕ ਹੈਗਾ ਈੜੀ, ਇੱਕ ਹੈਗਾ ਸੱਸਾ ਤੇ ਇੱਕ ਹੈਗਾ ਹਾਹਾ। ਇਹਦੇ ਵਿੱਚੋਂ ਵਿਅੰਜਨ ਪੁੱਛੇ ਆ। ਊੜਾ, ਐੜਾ ਤੇ ਈੜੀ ਇਹ ਤਿੰਨੇ ਤਾਂ ਹੈਗੇ ਆ ਸਵਰ। ਸੱਸਾ ਤੇ ਹਾਹਾ 2 ਵਿਅੰਜਨ। ਸੋ ਸਹੀ ਆਪਸ਼ਨ ਹੈ ਜਿਹੜਾ ਇਹਦਾ ਸਹੀ ਉੱਤਰ ਆਊਗਾ B, 2 ਹੈ। ਮੁੱਖ ਵਰਗ ਦੇ ਵਿੱਚ 2 ਵਿਅੰਜਨ ਹੈ। ਅਗਰ ਪੁੱਛੇ ਮੁੱਖ ਵਰਗ ਦੇ ਵਿੱਚ ਕਿੰਨੇ ਅੱਖਰ ਹਨ? ਅੱਖਰ ਤਾਂ ਤੁਹਾਨੂੰ ਪਤਾ ਹੀ ਹੈ 5 ਹੈ। ਮੁੱਖ ਵਰਗ ਦੇ ਵਿੱਚ ਕਿੰਨੇ ਸਵਰ ਹਨ? ਸਵਰ ਵੀ ਤੁਹਾਨੂੰ ਪਤਾ ਹੀ ਹੈ 3 ਹੈ। ਬਈ ਸਵਰਾਂ ਦਾ ਸੰਬੰਧ ਮੁੱਖ ਵਰਗ ਦੇ ਨਾਲ ਹੀ ਹੈ। ਬਸ ਪਹਿਲੇ ਮੁੱਖ ਵਰਗ ਦੇ ਵਿੱਚ ਹੀ ਪਹਿਲੀ ਲਾਈਨ ਦੇ ਵਿੱਚ ਹੀ ਸਵਰ ਆ ਜਾਂਦੇ ਆ, ਤਿੰਨੋਂ ਪਹਿਲਾਂ 3 ਸਵਰ ਹੀ ਦਿੱਤੇ ਗਏ ਆ, ਬਾਕੀ ਸਾਰੇ ਵਿਅੰਜਨ ਆ। ਠੀਕ ਹੈ ਜੀ। ਸੋ ਇਹ ਵੀ ਕਲੀਅਰ ਹੋ ਗਿਆ ਤੁਹਾਡਾ 4 ਨੰਬਰ ਪ੍ਰਸ਼ਨ। ਅਗਲਾ ਪ੍ਰਸ਼ਨ ਤੇ ਚੱਲਦੇ ਆ ਜੀ। ਹਾਹੇ ਨੂੰ ਕਿੰਨੀਆਂ ਲਗਾ ਮਾਤਰਾ ਲੱਗਦੀਆਂ ਹਨ? ਅੱਛਾ ਜੀ, ਹਾਹੇ ਨੂੰ ਕਿੰਨੀਆਂ ਲਗਾ ਮਾਤਰਾ ਲੱਗਦੀਆਂ ਹਨ? 3, 7, 10 ਜਾਂ 9। ਠੀਕ ਹੈ। 3 ਵੀ ਲੱਗ ਜਾਂਦੀਆਂ, 7 ਵੀ ਲੱਗ ਜਾਂਦੀਆਂ, 9 ਵੀ ਲੱਗ ਜਾਂਦੀਆਂ, 10 ਵੀ ਲੱਗ ਜਾਂਦੀਆਂ। ਕਿੰਨੀਆਂ ਲਗਾ ਮਾਤਰਾ ਲੱਗਦੀਆਂ ਮਤਲਬ ਮੈਕਸੀਮਮ ਕਿੰਨੀਆਂ ਲੱਗਦੀਆਂ? ਮੈਕਸੀਮਮ 10 ਲੱਗ ਜਾਂਦੀਆਂ। ਇਹਨੂੰ ਹਾਹੇ ਨੂੰ ਤੁਹਾਨੂੰ ਪਤਾ ਹੀ ਹੈ ਵੀ ਜਿਹੜੀਆਂ ਮਾਤਰਾਵਾਂ ਲਗਾ ਮਾਤਰਾਵਾਂ ਉਹ ਸਵਰਾਂ ਵਾਸਤੇ ਤਾਂ ਨਿਰਧਾਰਿਤ ਕੀਤੀਆਂ ਗਈਆਂ ਵੀ ਊੜੇ ਨੂੰ ਇੰਨੀਆਂ ਹੀ ਲੱਗਣਗੀਆਂ, ਐੜੇ ਨੂੰ ਇੰਨੀਆਂ ਹੀ ਲੱਗਣਗੀਆਂ, ਈੜੀ ਨੂੰ ਇੰਨੀਆਂ ਹੀ, ਸਾਰੀਆਂ ਨਹੀਂ ਲੱਗਣਗੀਆਂ ਊੜੇ ਐੜੇ ਈੜੀ ਨੂੰ। ਇਹਨਾਂ ਵਾਸਤੇ ਤਾਂ ਨਿਰਧਾਰਿਤ ਹੈ, ਇਹਨਾਂ ਵਾਸਤੇ ਤਾਂ ਵੰਡੀਆਂ ਗਈਆਂ। ਤੁਹਾਨੂੰ ਪਤਾ ਹੀ ਹੈ, ਤੁਹਾਨੂੰ ਇਹ ਕੋਡ ਦੇ ਸਮਝਾਇਆ ਹੋਇਆ ਵੀ ਹੈ, ਐਪ ਦੇ ਵਿੱਚ ਵੀਡੀਓ ਵੀ ਪਈ ਆਪਣੀ ਬਕਾਇਦਾ। ਪਰ ਇਹ ਵਿਅੰਜਨਾਂ ਨੂੰ ਸਾਰੀਆਂ ਹੀ ਲੱਗ ਜਾਂਦੀਆਂ। ਵਿਅੰਜਨ ਕੋਈ ਵੀ ਚੱਕ ਲਓ ਤੁਸੀਂ, ਉਹਨੂੰ ਸਾਰੀਆਂ ਲਗਾ ਮਾਤਰਾ ਲੱਗ ਜਾਂਦੀਆਂ। ਮੁਕਤੇ ਤੋਂ ਲੈ ਕੇ ਅੰਤ ਤੱਕ, ਕਨੌੜੇ ਤੱਕ ਜਿਹੜੀਆਂ 10 ਦੀਆਂ 10 ਲਗਾ ਮਾਤਰਾ ਉਹ ਲੱਗ ਜਾਂਦੀਆਂ। ਸੋ ਹਾਹਾ ਇੱਕ ਕੀ ਹੈ? ਵਿਅੰਜਨ ਹੈ। ਵਿਅੰਜਨ ਨੂੰ ਸਾਰੀਆਂ ਹੀ ਲੱਗ ਜਾਂਦੀਆਂ। ਸੋ ਇਹਦਾ ਸਹੀ ਉੱਤਰ ਹੈ ਜਿਹੜਾ 10 ਜਿਹੜਾ ਹੈਗਾ ਮਤਲਬ C ਨੰਬਰ ਆਪਸ਼ਨ ਹੈ, ਇਹ ਤੁਹਾਡਾ ਸਹੀ ਹੈ ਜੀ। ਅਗਲੇ ਪ੍ਰਸ਼ਨ ਤੇ ਚੱਲਦੇ ਆ। ਕਿਹੜਾ ਅੱਖਰ ਮੁਕਤਾ ਨਾਲ ਸੰਬੰਧਿਤ ਨਹੀਂ ਹੈ? ਅੱਛਾ, ਕਹਿਣ ਦਾ ਮਤਲਬ ਇਹ ਆ ਵੀ ਕਿਹੜੇ ਅੱਖਰ ਨੂੰ ਮੁਕਤੇ ਦੀ ਮਾਤਰਾ ਨਹੀਂ ਲੱਗਦੀ, ਇਹਦੇ ਵਿੱਚ ਉਹ ਲੱਭਣਾ ਆਪਾਂ। ਐੜਾ, ਕੱਕਾ, ਹਾਹਾ ਜਾਂ ਈੜੀ। ਇਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਐੜਾ ਤਾਂ ਆ ਹੀ ਜਾਂਦਾ, ਐੜਾ ਮੁਕਤਾ ਆ, ਇਹ ਤਾਂ ਮੁਕਤੇ ਰੂਪ ਵਿੱਚ ਆ ਹੀ ਜਾਂਦਾ, ਪਹਿਲਾ ਅੱਖਰ ਹੀ ਹੈ ਨਾ। ਸੋ ਇਹ ਤਾਂ ਨਹੀਂਗਾ ਆਪਣਾ ਆਪਸ਼ਨ। ਕੱਕੇ ਨੂੰ ਵੀ ਲੱਗ ਜਾਂਦੀ ਹੈ। ਕੱਕਾ ਤੇ ਹਾਹਾ ਇਹ ਦੋਨੇ ਵਿਅੰਜਨ ਆ, ਵਿਅੰਜਨਾਂ ਨੂੰ ਤਾਂ ਸਾਰੀਆਂ ਹੀ ਲੱਗ ਜਾਂਦੀਆਂ, ਇਸ ਕਰਕੇ ਆਹ ਆਪਸ਼ਨ ਵੀ ਕੱਟ ਗਏ। ਸੋ ਸਹੀ ਆਪਸ਼ਨ ਹੈ ਜਿਹੜਾ ਤੁਹਾਡਾ ਹੋਏਗਾ ਈੜੀ। ਈੜੀ ਕਦੇ ਵੀ ਮੁਕਤਾ ਰੂਪ ਦੇ ਵਿੱਚ ਨਹੀਂ ਆ ਸਕਦੀ। ਈੜੀ ਤੇ ਊੜਾ ਇਹ ਦੋਨੋਂ ਸਵਰ ਹੈ, ਇਹਨਾਂ ਨੂੰ ਕਦੇ ਵੀ ਤੁਸੀਂ ਮੁਕਤਾ ਰੂਪ ਵਿੱਚ ਇਸ ਤਰ੍ਹਾਂ ਨਹੀਂ ਦੇਖੋਗੇ ਸ਼ਬਦ ਦੇ ਵਿੱਚ ਕਦੇ ਵੀ। ਇਹਨੂੰ ਕੋਈ ਨਾ ਕੋਈ ਮਾਤਰਾ ਜ਼ਰੂਰ ਲੱਗੀ ਹੋਊਗੀ। ਠੀਕ ਹੈ। ਇਹਨੂੰ ਵੀ ਕੋਈ ਨਾ ਕੋਈ ਮਾਤਰਾ ਜ਼ਰੂਰ ਲੱਗੀ ਹੋਊਗੀ। ਠੀਕ ਹੈ। ਇਹ ਮੁਕਤਾ ਰੂਪ ਵਿੱਚ ਨਹੀਂ ਆਉਣਗੇ। ਦੋਨੇ ਹੈ ਸਵਰ ਹੀ ਹੈ। ਠੀਕ ਹੈ ਜੀ। ਹਾਂ, ਉਸ ਤੋਂ ਬਾਅਦ ਦੇਖਦੇ ਹਾਂ 7 ਨੰਬਰ ਪ੍ਰਸ਼ਨ ਹੈ ਤੁਹਾਡਾ। ਬਿਹਾਰੀ ਕਿਸ ਅੱਖਰ ਨੂੰ ਨਹੀਂ ਲੱਗਦੀ? ਅੱਛਾ, ਚੱਚਾ, ਈੜੀ, ਕੱਕਾ, ਐੜਾ।
ਹੁਣ ਤੁਹਾਨੂੰ ਪਤਾ ਲੱਗ ਗਿਆ ਵੀ ਜਿੱਥੇ ਵਿਅੰਜਨ ਆਵੇ ਵਿਅੰਜਨ ਤਾਂ ਕੱਟ ਹੀ ਦੇਣੇ ਆ, क्योंकि ਵਿਅੰਜਨਾਂ ਨੂੰ ਤਾਂ ਸਾਰੀਆਂ ਲੱਗ ਜਾਂਦੀਆਂ। ਇਹਦਾ ਮਤਲਬ ਵੀ ਚੱਚਾ ਤੇ ਕੱਕਾ ਦੋਨੇ ਵਿਅੰਜਨ ਹੈ, ਇਹਨਾਂ ਨੂੰ ਤਾਂ ਬਈ ਲੱਗ ਹੀ ਜਾਣਗੀਆਂ। ਇਸ ਕਰਕੇ ਆਹ ਆਪਸ਼ਨ ਤਾਂ ਕੱਟ ਗਏ। ਆਪਸ਼ਨ ਰਹਿ ਗਏ ਆਪਣੇ ਕੋਲ ਦੋ, ਈੜੀ ਤੇ ਐੜਾ। ਹੁਣ ਇਹਦੇ ਵਿੱਚੋਂ ਬਿਹਾਰੀ ਹੈ ਜਿਹੜੀ, ਈੜੀ ਨੂੰ ਤਾਂ ਲੱਗ ਜਾਂਦੀ ਹੈ, ਈੜੀ ਨੂੰ ਬਿਹਾਰੀ ਦੀ ਮਾਤਰਾ ਲੱਗ ਜਾਂਦੀ ਹੈ, ਹੈ ਨਾ। हाँ तो ऐड़े नूं बिहारी की मात्रा नहीं लगती, आ मात्रा नहीं लगती कदे भी। ऐड़े नूं आ नहीं देखोगे तुसी, इस तरह अखर कदे नहीं देखोगे भी ऐड़े नूं आ मात्रा लग के तो तुसी कुछ लिखिया होवे, नहीं होगा कदे भी। ये सेंस नहीं बनता इहदा, है ना, क्योंकि वैसे भी बिहारी की मात्रा का संबंध सियारी ते बिहारी ये दोनों ईड़ी नूं ही लगदी हैं। ठीक है, इस करके की है बिहारी किस अखर नूं नहीं लगती। ये तुहाडा हैगा डी नंबर ऑप्शन सही है। अगला प्रश्न है भी ऊड़े संबंधी असंगत चुनो। ऊड़े दे नाल संबंधित असंगत चुनना है भी किहड़ी चीज़ है जिहड़ी ऊड़े दे नाल संबंधित नहीं गी। इहदे विचों इहदा मतलब यह है भी मात्रावां दी गल है। थल्ले ऑप्शन तो पता लग रहा भी मात्रावां बारे पुछिआ। इहदा मतलब यह है भी आपां ओह जोड़ा छांटना है, ਉਹ जोड़ा छांटना भी जिहदे विच ऊड़े की मात्रा का मतलब की है भी ऊड़े नूं जिहड़ी मात्रा का संबंध नहीं है वह मात्रा देखनी है, उसका नाम देखना। आपां इहदे विचों लगा मात्रा के नाम दे रखे। पहला हैगा औंकड़ ते होड़ा। ऊड़े नूं औंकड़ की मात्रा लग जाती है, ऊड़े नूं होड़े की लग जाती है ना। देखते हैं ऊड़े नूं औंकड़ की मात्रा लगी हुई देखी है तुसीं, ऊड़े नूं औंकड़ लग जाती है, ऊड़े नूं होड़े की मात्रा लग जाती है। आ देखो मूँह खुला उत्ते, मतलब आ तो नहीं गा अपना, ये तो संगत है, ये तो संगत हो गया, मतलब ऑप्शन तो कट गया। आपां असंगत लभना है। प्रश्न की शब्दावली तुसीं उत्थे ध्यान नाल पढ़नी है, ये तुसीं याद रखना। इत्थे तो तुसीं पटक पटक जवाब दिंदे होवोगे, ठीक है मैं मान लैना, पर उत्थे जाके समस्या होर हो जाती है। इस करके थ्योरी इहदा जिहड़ा कंसैप्ट है ये क्लीयर करने बहुत 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 जरूरी है। उस तो बाद अगला प्रश्न नहीं अगला ऑप्शन दुलैंकड़ या कनौड़ा। दुलैंकड़ कनौड़ा दे रखिया। ऊड़े नूं दुलैंकड़ की मात्रा लग जाती है, हाँ, तो ऊड़े नूं कनौड़े की मात्रा, ऐड़े कनौड़ा। ऊड़े कनौड़े ये जिहड़ी कनौड़े की मात्रा ऐड़े नूं लगदी है, ऊड़े नूं नहीं लगदी। जिहड़ी आ कनौड़े वाली मात्रा है ना, आ वाली ये है जिहड़ी ये ऐड़े नूं लगी हुंदी है, ये ऊड़े ते कदे नहीं लगती। इस तरह करके चलो अपना मतलब इहदा अगे देख लेंगे ऑप्शन। दुलैंकड़ होड़ा, दुलैंकड़ ते होड़ा ये दोने तो लगते ही आ, देखो आप कर ही चुके हैं। औंकड़ ते दुलैंकड़ दोने ये ऊड़े नूं ही लगते हैं। सो ये अपना ऑप्शन है जिहड़ा सही वो है दुलैंकड़ ते कनौड़ा। ठीक है, अगला प्रश्न देखते हैं जी। हाँ, अनुनासिकता संबंधी लगाखर हैं। लो जी आ बहुत वधिया। अनुनासिकता संबंधी लगाखर किहड़े हैं, आप लगाखर लभने हैं। लगाखर है जिहड़े वो हैगे आ जी पंजाबी दे विच आपां तीन पढ़ते हैं, तीन लगाखर पढ़ते हैं। एक नूं आपां पढ़ते हैं बिंदी, एक आपां पढ़ते हैं अपने की ना लैंदे आ नाम हैगा इहदा टिप्पी, तो एक आपां पढ़ लैंदे आ अदक। ठीक है, हाँ लो गल हो गई क्लीयर। पहला तो आपां नूं ये पता होना चाहिए भी आपां किहड़े किहड़े लगाखर है जी। लगाखर हैगे आ तीन। हुण ओह कहंदा भी अनुनासिकता संबंधी किहड़े किहड़े लगाखर है। अनुनासिकता है जिहड़ी ये हैगी आ अखंडी धुनी। आपां पढ़दे हैं ना, एक खंडी धुनी हुंदी है, एक हुंदी है अखंडी धुनी। खंडी अखंडी अनुनासिकता नूं आपां अखंडी धुनियां दे विच मतलब की है भी ਜਿਹੜੇ ਲਗਾਖਰ है जिवें अनुनासिकता बल भी है ना, बल जां दबाਅ आपां पढ़ते हैं, ये भी आपां अखंडी धुनियां विच वरतते हैं। तो बल जां दबाਅ वास्ते आपां अदक की वरतों करते हैं, तो अनुनासिकता वास्ते आपां बिंदी ते टिप्पी की वरतों करते हैं, है ना। एक हुंदे आ देखो अनुनासिक दा संबंध दोनों दे नाल ही है। अनुनासिकता दा संबंध मतलब की है अनुनासिकता शब्द है जिहड़ा उहदा संबंध तां अखंडी धुनियां दे नाल ही। हुण थोड़ा जिहा समझो इस गल नूं बई अनुनासिक ही है जिहड़े वो किवें खंडी दे विच भी है अखंडी दे विच भी है। तुसीं पढ़दे आ जदों आपां पढ़दे आ एक तां मौखिक व्यंजन, एक आपां पढ़दे आ अनुनासिकी व्यंजन जिहड़े गंगा ञञा अणाणा नन्ना ते मम्मा ये सारे अनुनासिकी व्यंजन है। इन्हां नूं नासकी व्यंजन जां अनुनासिकी व्यंजन कहा जाता है। पर जदों गल आ जाए अनुनासिकता की, अनुनासिकता हैगी आ अखंडी धुनी, ते जिहड़े बिंदी ते टिप्पी ये दोनों मतलब अनुनासिकता नूं अंकित करदियां हन। इहदा मतलब की है भी अनुनासिकता संबंधी लगाखर किन्ने है जी, दो है। तुहाडा सही उत्तर है जिहड़ा दो है। तीन भी दे रखिया ऑप्शन दे विच, वेखो एक भी दिता है, कोई दा मतलब भी कोई नहीं इन्हां दे विचों, ये तां है ही नहीं गा। ठीक है, अगले प्रश्न ते चलदे हैं जी। 10 नंबर प्रश्न ते आ जाइए। 10 नंबर प्रश्न आ जा भी आ जा आ जा आ जा आ जा भज्या भज्या भज्या। हाँ, खंडी अखंडी धुनी वर्गीकरण जिहड़ा वो किस आधार ते है। खंडी अखंडी धुनियाँ, खंडी अखंडी उचारण स्थान, उचारण अंग, उचारण वंड, उचारण विधि।
ਉਚਾਰਨ ਵੰਡ ਤਾਂ ਕੋਈ ਨਹੀਂ ਗਾ, ਹੈ ਨਾ। ਉਚਾਰਨ ਵੰਡ ਤਾਂ ਉਹੀ ਸ਼ਬਦ ਪਾਤਾ, ਹੈ ਨਾ, ਠੀਕ ਹੈ। ਉਚਾਰਨ ਸਥਾਨ ਦੇ ਆਧਾਰ 'ਤੇ ਵੀ ਧੁਨੀਆਂ ਦਾ ਵਰਗੀਕਰਨ, ਉਚਾਰਨ ਅੰਗਾਂ ਦੇ ਆਧਾਰ 'ਤੇ ਵੀ ਹੈਗਾ, ਉਚਾਰਨ ਵਿਧੀ ਦੇ ਆਧਾਰ 'ਤੇ ਵੀ ਹੈਗਾ। ਸੋ ਇਹਦੇ ਵਿੱਚ ਖੰਡੀ ਅਖੰਡੀ ਧੁਨੀ ਵਰਗੀਕਰਨ ਹੈ ਜਿਹੜਾ, ਇਹ ਉਚਾਰਨ ਵਿਧੀ, ਉਚਾਰਨ ਢੰਗ, ਉਚਾਰਨ ਤਰੀਕਾ ਜਿਹਨੂੰ ਕਹਿ ਦਿੰਦੇ ਆ। ਉਚਾਰਨ ਵੰਡ ਹੈ ਬਈ, ਉਚਾਰਨ ਢੰਗ ਨਹੀਂ ਗਾ। ਆਹ ਹੀ ਆ ਉਚਾਰਨ ਵਿਧੀ ਨੂੰ ਹੀ ਕਿਹਾ ਜਾਂਦਾ। ਵਿਧੀ ਨੂੰ ਕਿਹਾ ਜਾਂਦਾ ਢੰਗ, ਤਰੀਕਾ, ਪ੍ਰਕਾਰ, ਵਿਧੀ ਕਹਿ ਦਿੰਦੇ ਆਪਾਂ, ਹੈ ਨਾ। ਉਚਾਰਨ ਵਿਧੀ ਦੇ ਆਧਾਰ 'ਤੇ ਆਪਾਂ ਜਿਹੜੀਆਂ ਧੁਨੀਆਂ ਉਹਨਾਂ ਨੂੰ ਦੋ ਵਰਗਾਂ ਵਿੱਚ ਵੰਡਦੇ ਆ, ਇੱਕ ਖੰਡੀ, ਇੱਕ ਅਖੰਡੀ, ਠੀਕ ਹੈ। ਖੰਡੀ ਧੁਨੀਆਂ ਦੇ ਵਿੱਚ ਆਪਾਂ ਪੜ੍ਹਦੇ ਹਾਂ ਸਵਰ ਅਤੇ ਵਿਅੰਜਨਾਂ ਨੂੰ, ਅਤੇ ਫਿਰ ਉਸ ਤੋਂ ਬਾਅਦ ਆਪਾਂ ਪੜ੍ਹਦੇ ਹਾਂ ਅਖੰਡੀ ਧੁਨੀਆਂ ਦੇ ਵਿੱਚ ਆਪਾਂ ਪੜ੍ਹਦੇ ਹਾਂ ਅਨੁਨਾਸਿਕਤਾ, ਬਲ ਅਤੇ ਜਿਹੜਾ ਆਪਣਾ ਹੋ ਜਾਂਦਾ ਸੰਗਮ, ਸੁਰ, ਇਹਨਾਂ ਨੂੰ ਆਪਾਂ ਪੜ੍ਹਦੇ ਹਾਂ ਅਖੰਡੀ ਧੁਨੀਆਂ ਦੇ ਵਿੱਚ, ਠੀਕ ਹੈ। ਉਸ ਤੋਂ ਬਾਅਦ ਅਗਲਾ 11 ਨੰਬਰ ਤੁਹਾਡਾ ਪ੍ਰਸ਼ਨ ਹੈ ਵੀ ਖੰਡੀ ਧੁਨੀ ਹੈ, ਇਹਦੇ ਵਿੱਚੋਂ ਖੰਡੀ ਧੁਨੀ ਕਿਹੜੀ ਹੈ। ਅੱਛਾ ਜੀ, ਖੰਡੀ ਧੁਨੀ ਊੜਾ, ਕੱਕਾ ਜਾਂ ਲੱਲੇ ਪੈਰ ਬਿੰਦੀ ਜਾਂ ਸਾਰੇ ਹੀ ਸਹੀ ਹਨ। ਸੋ ਇਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਆ ਸਾਰੀਆਂ ਮਤਲਬ ਕੀ ਹੈ ਵੀ ਜਦੋਂ ਤੁਹਾਨੂੰ ਇਹ ਪਤਾ ਹੈ ਵੀ ਖੰਡੀ ਧੁਨੀ ਦੇ ਵਿੱਚ ਸਵਰ ਅਤੇ ਵਿਅੰਜਨ ਆਪਾਂ ਸਵਰਾਂ ਅਤੇ ਵਿਅੰਜਨਾਂ ਬਾਰੇ ਵਿਚਾਰ ਕਰਦੇ ਹਾਂ, ਉਹ ਖੰਡੀ ਧੁਨੀ ਦੇ ਵਿੱਚ ਹੀ ਹੁੰਦਾ। ਤਾਂ ਆਹ ਕੀ ਆਪਸ਼ਨ 'ਚ ਸਵਰ ਵਿਅੰਜਨ ਹੀ ਦੇ ਰੱਖੇ, ਆਹ ਸਵਰ ਹੈ ਬਾਕੀ ਦੋ ਵਿਅੰਜਨ, ਇਹਦਾ ਮਤਲਬ ਵੀ ਸਾਰੀਆਂ ਹੀ ਖੰਡੀ ਧੁਨੀਆਂ ਇਹ, ਠੀਕ ਹੈ। ਸੋ ਇਹਦਾ 11 ਨੰਬਰ ਦਾ ਸਹੀ ਉੱਤਰ ਹੈ ਤੁਹਾਡਾ ਉਹ ਹੈਗਾ ਡੀ, ਸਾਰੇ ਸਹੀ ਹਨ। ਅਗਲਾ ਪ੍ਰਸ਼ਨ ਦੇਖਦੇ ਹਾਂ, ਪੰਜਾਬੀ ਵਿੱਚ ਸਰਕਵੇਂ ਵਿਅੰਜਨ ਹਨ। ਇਹ ਵੀ ਦੇਖਦੇ ਹਾਂ ਆਪਾਂ, ਪ੍ਰਸ਼ਨ ਫਿਰ ਪੜ੍ਹੋ ਇੱਕ ਵਾਰ। ਪੰਜਾਬੀ ਵਿੱਚ ਸਰਕਵੇਂ ਵਿਅੰਜਨ ਹਨ, ਸਰਕਵੇਂ ਵਿਅੰਜਨ ਹਨ। ਇੱਕ ਤੁਹਾਨੂੰ ਹੋਰ ਦੱਸ ਦਿੰਦਾ ਲਓ, ਸਰਕਵੇਂ ਵਿਅੰਜਨ ਵੀ ਕਿਹਾ ਜਾਂਦਾ ਇਹਨਾਂ ਨੂੰ ਆਪਾਂ ਅਰਧ ਸਵਰ ਵੀ ਕਹਿ ਦਿੰਦੇ ਹਾਂ, ਅਰਧ ਵਿਅੰਜਨ ਵੀ ਕਹਿ ਦਿੰਦੇ ਹਾਂ, ਹੈ ਨਾ। ਇਹਨਾਂ ਦੇ ਕਈ ਨਾਮ ਹੈ। ਸਰਕਵੇਂ ਵਿਅੰਜਨ ਮਤਲਬ, ਸਰਕਵੇਂ ਵਿਅੰਜਨ ਮਤਲਬ ਹੁੰਦਾ ਸਰਕਣਾ, ਸਰਕਵੇਂ ਤੋਂ ਮਤਲਬ ਹੁੰਦਾ ਸਰਕ ਜਾਣਾ, ਮਤਲਬ ਆਪਣੀ ਜਗ੍ਹਾ 'ਤੇ ਨਾ ਟਿਕਣਾ। ਜਿਹੜੇ ਪੰਜਾਬੀ ਦੇ ਵਿੱਚ ਕੀ ਹੈ ਵੀ ਸਰਕਵੇਂ ਵਿਅੰਜਨ ਹੈ ਜਿਹੜੇ ਯਈਆ ਅਤੇ ਵਾਵਾ ਜਿਹੜੇ ਉਹ ਹੈ, ਇਹਨਾਂ ਨੂੰ ਸਰਕਵੇਂ ਵਿਅੰਜਨ ਕਿਹਾ ਜਾਂਦਾ। ਇਹ ਕਦੀ ਤਾਂ ਪੂਰੇ ਸਵਰ ਬਣ ਜਾਂਦੇ ਆ, ਕਦੀ ਪੂਰੇ ਵਿਅੰਜਨ ਬਣ ਜਾਂਦੇ ਆ, ਠੀਕ ਹੈ ਨਾ। ਸੋ ਇਸ ਕਰਕੇ ਇਹਨਾਂ ਨੂੰ ਸਰਕਵੇਂ ਵਿਅੰਜਨ ਮਤਲਬ ਇਹ ਸਰਕਦੇ ਆ, ਕਦੀ ਤਾਂ ਇਹ ਸਵਰ ਵੱਲ ਨੂੰ ਸਰਕ ਜਾਂਦੇ ਆ, ਕਦੀ ਇਹ ਵਿਅੰਜਨਾਂ ਵੱਲ ਨੂੰ। ਇਸ ਕਰਕੇ ਇਹਨਾਂ ਨੂੰ ਸਰਕਵੇਂ ਵਿਅੰਜਨਾਂ ਦੇ ਨਾਮ ਹੋਰ ਵੀ ਹੈਗੇ ਆ। ਇਹਨੂੰ ਅਰਧ ਸਵਰ ਵੀ ਕਿਹਾ ਜਾਂਦਾ, ਇਹਨੂੰ ਅਰਧ ਵਿਅੰਜਨ ਵੀ ਕਿਹਾ ਜਾਂਦਾ। ਆਹ ਤੁਸੀਂ ਯਾਦ ਰੱਖਣੀਆਂ ਗੱਲਾਂ, ਆਹ ਹੀ ਆ ਮੂਲ ਗੱਲਾਂ। ਹੋਰ ਕੋਈ ਪ੍ਰਸ਼ਨ ਨਹੀਂ ਬਣਦੇ ਕਿਤੋਂ ਅਸਮਾਨ ਤੋਂ ਨਹੀਂ ਬਣਨੇਗੇ, ਇਹਦੇ ਵਿੱਚੋਂ ਹੀ ਬਣਨੇ ਆ, ਅਤੇ ਇਹਦੇ ਵਿੱਚੋਂ ਹੀ ਤੁਹਾਡਾ ਪਟਾਕਾ ਪੈ ਜਾਣਾ। ਦੇਖ ਲਿਓ ਤੁਸੀਂ, ਜੇ ਤੁਸੀਂ ਨਾ ਥਿਓਰੀ ਕਲੀਅਰ ਕੀਤੀ ਤਾਂ ਤੁਹਾਨੂੰ ਲੱਗਦਾ ਇੱਥੋਂ ਟੈਸਟ ਸੀਰੀਜ਼ ਫੜ ਲਈਏ, ਉਹਦੀ ਟੈਸਟ ਸੀਰੀਜ਼ ਚੱਕ ਲਈਏ, ਉਹਦੀ ਸਿਮਰਨ ਸਰ ਦੀ ਟੈਸਟ ਸੀਰੀਜ਼ ਚੱਲੀ ਜਾਂਦੀ ਆ, ਭੱਜ ਕੇ ਫੜ ਲਓ। ਮੈਂ ਤੁਹਾਨੂੰ ਵਾਰੀ ਵਾਰੀ, ਮੈਨੂੰ ਪਤਾ ਕਿੰਨੇ ਜਿਨ੍ਹਾਂ ਦੇ ਸਟੂਡੈਂਟ ਦੇ ਸੈਕਿੰਡ ਗ੍ਰੇਡ ਦਾ ਵਧੀਆ ਐਗਜ਼ਾਮ ਹੋਇਆ, ਇੱਕ ਦੋ ਆਨਸਰ ਕੀ ਤੁਹਾਨੂੰ ਪਤਾ ਆਈਆਂ, ਕੋਈ ਦਿੱਕਤ ਨਹੀਂ। ਉਹੋ ਜਿਹੀ ਮੈਂ ਬਣਾਉਣੀ ਸੀਗੀ ਆਨਸਰ ਕੀ, ਸੋ ਕੋਈ ਦਿੱਕਤ ਨਹੀਂ। ਇਹਦੇ ਵਿੱਚ ਸਾਰੇ ਆਪਣੀ ਹੈ ਭੈਣ ਭਰਾ, ਜਿਹੜੇ ਬਣਾਉਣ ਵਾਲੇ ਆ, ਜਿਹੜੇ ਉਹ ਮਿਹਨਤੀ ਹੈ, ਵਿਦਵਾਨ ਹੈ, ਸਾਰਿਆਂ ਦਾ ਸਤਿਕਾਰ ਹੈ ਆਪਣੇ ਵੱਲੋਂ। ਸੋ ਉਹ ਕੀ ਹੈ ਵੀ ਉਹਨਾਂ ਨੇ ਇੱਕ ਹੀ ਗੱਲ ਮੈਨੂੰ ਕਹੀ, ਕਹਿੰਦੇ ਸਰ ਤੁਸੀਂ ਇਹ ਕਹਿੰਦੇ ਰਹੇ ਨਾ ਸਾਨੂੰ ਵੀ ਟੈਸਟ ਸੀਰੀਜ਼ 'ਤੇ ਤੁਸੀਂ ਰਿਲਾਇਬਲ ਨਹੀਂ ਰਹਿਣਾ, ਟੈਸਟ ਸੀਰੀਜ਼ 'ਤੇ ਜੇ ਤੁਸੀਂ ਜ਼ਿਆਦਾ ਡਿਪੈਂਡ ਰਹੋਗੇ ਨਾ ਤਾਂ ਤੁਹਾਨੂੰ ਔਖਾ ਹੋ ਜਾਊਗਾ। ਅਤੇ ਬਹੁਤ ਸਾਰੇ ਸਟੂਡੈਂਟਾਂ ਨੇ ਇਸ 'ਤੇ ਗੌਰ ਕੀਤੀ, ਉਹਨਾਂ ਦੇ ਨੰਬਰ ਬਹੁਤ ਵਧੀਆ ਬਣ ਰਹੇ ਆ। ਪਹਿਲਾਂ ਤਾਂ ਮੈਨੂੰ ਵੀ ਦੁੱਖ ਹੋਇਆ ਇੱਕ ਵਾਰੀ 'ਚ ਪੇਪਰ ਦੇਖ ਕੇ, ਅਤੇ ਫਿਰ ਮੈਂ ਦੁਬਾਰੇ ਇੱਕ ਦੋ ਵਾਰੀ ਫਿਰ ਐਨਾਲਿਸਿਸ ਕੀਤਾ, ਫਿਰ ਮੈਨੂੰ ਲੱਗਿਆ ਨਹੀਂ ਠੀਕ ਹੈ, ਕੁਛ ਕਾਫੀ ਹੱਦ ਤੱਕ ਠੀਕ ਹੈ ਇਹ ਪੇਪਰ। ਅਤੇ ਉਹ ਮੈਨੂੰ ਫਿਰ ਥੋੜ੍ਹਾ ਜਿਹਾ ਹੌਸਲਾ ਹੋ ਗਿਆ ਜਦੋਂ ਸਟੂਡੈਂਟ ਦੇ ਮੈਸੇਜ ਆਏ ਵੀ ਸਰ ਅਸੀਂ ਵੱਧ ਤੋਂ ਵੱਧ ਕੰਸੈਪਟ ਕਲੀਅਰ ਕੀਤਾ। ਕਿਉਂਕਿ ਮੇਰੇ ਕੋਲ ਫੋਨ ਜਦੋਂ ਆਉਂਦਾ ਨਾ ਸਟੂਡੈਂਟ ਦਾ, ਫਿਰ ਮੈਨੂੰ ਉਹਨੂੰ ਸਮਝਾਉਣ ਵਾਸਤੇ ਇੰਨਾ ਟਾਈਮ ਹੁੰਦਾ ਹੀ ਨਹੀਂ ਗਾ ਵੀ ਬੇਟਾ ਜੀ ਤੂੰ ਕੋਈ ਥਿਓਰੀ ਪੜ੍ਹ ਲਾ, ਕੋਈ ਕਿਤਾਬ ਪੜ੍ਹ ਲਾ, ਤੂੰ ਮੇਰੀ ਕਿਤਾਬ ਨਹੀਂ ਪੜ੍ਹਨੀ, ਚੱਲ ਕੋਈ ਗੱਲ ਨਹੀਂ। ਮੇਰੀ ਕਿਤਾਬ ਦੇ ਵਿੱਚ ਤਾਂ 6ਵੀਂ ਤੋਂ ਲੈ ਕੇ 10ਵੀਂ ਦਾ ਨਿਚੋੜ ਹੈ। ਹੋਰ ਵੀ ਕੁਝ ਕਮੀਆਂ ਪੇਸ਼ੀਆਂ ਹੈ ਨਾ ਜਿਹੜੀਆਂ, ਉਹ ਮੈਂ ਮਾਡਲ ਪੇਪਰ ਦੇ ਵਿੱਚ ਪਾ ਦੂੰਗਾ। ਉਹਦੀ ਵੀ ਥਿਓਰੀ ਕੋਈ ਮਾੜੀ ਮੋਟੀ ਕੋਈ ਕਮੀ ਪੇਸ਼ੀ, ਕੋਈ ਵਾਧ ਘਾਟ ਕੋਈ ਰਹਿ ਗਈ ਹੋਊਗੀ ਨਾ, ਉਹ ਮੈਂ ਦੇਖ ਲੂੰਗਾ ਮੇਰੀ ਬੁੱਕ ਵਾਲਾ, ਉਹ ਮੈਂ ਮਾਡਲ ਪੇਪਰ ਦੇ ਵਿੱਚ ਪਾ ਦੂੰਗਾ। ਮਾਡਲ ਪੇਪਰ 'ਤੇ ਹਜੇ ਥੋੜ੍ਹਾ ਜਿਹਾ ਚੰਗੇ ਪ੍ਰਸ਼ਨ ਬਣਾਉਂਗਾ, ਮਾਡਲ ਪੇਪਰ ਦੇ ਘੈਂਟ। ਆਹ ਥੋੜ੍ਹਾ ਜਿਹਾ ਲੈਵਲ ਠੀਕ ਹੈ, ਇਸ ਤੋਂ ਹਾਰਡ ਲੈਵਲ 'ਤੇ ਪਾਊਂਗਾ ਮਾਡਲ ਪੇਪਰ 'ਚ। ਇਸ ਕਰਕੇ ਮੈਨੂੰ ਥੋੜ੍ਹਾ ਜਿਹਾ 10 ਕੁ ਦਿਨ ਦਾ ਵਕਤ ਲੱਗੂਗਾ, ਅਤੇ ਬਸ ਉਹ ਛੇਤੀ ਮੈਂ ਮਾਡਲ ਪੇਪਰ ਤੁਹਾਡੇ ਸਾਹਮਣੇ ਰੱਖ ਦੂੰਗਾ। ਅਤੇ ਫਿਰ ਤੁਸੀਂ ਵਧੀਆ, ਉਹਨੂੰ ਮੈਂ YouTube 'ਤੇ ਵੀ ਕਰਵਾਊਂਗਾ, ਅਤੇ ਉਹਦੇ ਨਾਲ ਤੁਹਾਡਾ ਸਭ ਕਲੀਅਰ ਹੋ ਜਾਊਗਾ। ਪਰ ਉਦੋਂ ਪਹਿਲਾਂ ਕਮਲਿਓ ਕੋਈ ਥਿਓਰੀ ਤਾਂ ਪੜ੍ਹ ਲਓ। ਮੇਰੀ ਕਿਤਾਬ ਨਹੀਂ ਲੈਣੀ ਕੋਈ ਗੱਲ ਨਹੀਂ, ਪਰ ਕਿਤਾਬਾਂ ਹੋਰ ਬਹੁਤ ਹੈਗੀਆਂ। 9ਵੀਂ 10ਵੀਂ ਵਾਲੀ ਚੱਕੋ, 7ਵੀਂ 8ਵੀਂ ਵਾਲੀ ਕਿਤਾਬ ਹੈ, 7ਵੀਂ 8ਵੀਂ 9ਵੀਂ 10ਵੀਂ ਵਾਲੀ ਪੜ੍ਹੋ ਤੁਸੀਂ। ਵਿਆਕਰਣ ਪੜ੍ਹੋ ਕੋਈ ਨਾ ਕੋਈ, ਜਿਹੜੀ ਉਹ ਇੰਦਰਦੇਵ ਸਿੰਘ ਨੰਦਰਾ ਵਾਲੀ ਬੁੱਕ ਹੈ ਉਹ ਪੜ੍ਹੋ।
ਪੰਜਾਬੀ ਭਾਸ਼ਾ ਅਧਿਆਪਨ ਵਾਲੀ। ਕਈਆਂ ਨੂੰ ਤਾਂ ਹਜੇ ਤੱਕ ਇਹ ਵੀ ਨਹੀਂ ਪਤਾ ਵੀ ਉਹਦਾ ਕੋਈ ਹੈ, ਕੋਈ ਨੰਦਰਾਂ ਵਾਲੀ ਬੁੱਕ ਦਾ ਕੋਈ ਕਵਰ ਪੇਜ ਕਿਵੇਂ ਦਾ। ਕੋਈ ਸਟੂਡੈਂਟ ਇਸ ਤਰ੍ਹਾਂ ਦੇ ਖੋਜ ਸਰਚ ਕਰਕੇ ਹੀ ਨਹੀਂ ਰਾਜੀ ਗੇ। ਉਹਨਾਂ ਨੂੰ ਐਂ ਲੱਗਦਾ ਵੀ ਸਾਨੂੰ ਕੋਈ ਬਣਿਆ ਬਣਾਇਆ ਧਰ ਦੇ ਅਤੇ ਉਹ ਸਿਲੈਕਸ਼ਨ ਨਹੀਂ ਹੋਊਗਾ ਇਸ ਤਰ੍ਹਾਂ ਕਰਕੇ। ਸੱਚੀ ਗੱਲ ਕਹਿਣਾ ਮੈਂ, ਤੁਹਾਨੂੰ ਲੱਗਦੀ ਹੋਊਗੀ ਕੌੜੀ, ਮੈਂ ਮਿੱਠੀਆਂ ਮਾਰ ਨਹੀਂ ਆਇਆ ਇੱਥੇ ਵੀ ਤੁਹਾਨੂੰ ਮਿੱਠੀਆਂ ਮਿੱਠੀਆਂ ਗੱਲਾਂ ਸੁਣਾ ਕੇ। ਮੈਂ ਤਾਂ ਸਿੱਧੀ ਮਤਲਬ ਜੋ ਮੈਨੂੰ ਮਹਿਸੂਸ ਹੁੰਦਾ, ਜੋ ਮੈਨੂੰ ਲੱਗਦਾ ਵੀ ਇਹ ਸਟੂਡੈਂਟ ਹੈ ਵੀ ਇਹ ਭਟਕ ਰਿਹਾ, ਇਹ ਗਲਤ ਕਰ ਰਿਹਾ ਹੈ, ਤਾਂ ਫਿਰ ਮੈਨੂੰ ਇਹ ਲੱਗਦਾ ਵੀ ਲੈ ਵੀ ਹੁਣ ਇਹਨੂੰ ਸੁਧਾਰਨ ਵਾਸਤੇ ਥੋੜ੍ਹਾ ਜਿਹਾ ਕੌੜਾ ਵੀ ਹੋਣਾ ਪਊਗਾ, ਤਾਂ ਵੀ ਕੋਈ ਗੱਲ ਨਹੀਂ। ਮੈਂ ਕਈ ਵਾਰੀ ਕਈਆਂ ਨੂੰ ਇੱਕ ਦੋ ਵਾਰੀ ਦਬਕੇ ਵੀ ਮਾਰ ਦਿੰਦਾ ਹੁੰਦਾ, ਉਹ ਫਿਰ ਵੀ ਵਿਚਾਰੇ ਨਹੀਂ ਗੁੱਸਾ ਕਰਦੇ। ਉਹਨਾਂ ਨੂੰ ਪਤਾ ਹੈ ਬਈ ਸਰ ਸਾਡੇ ਵਾਸਤੇ ਹੀ ਕਹੀ ਜਾਂਦੇ ਆ ਇਹ ਗੱਲ, ਹੈ ਨਾ, ਕਿਉਂਕਿ ਸੈਕੰਡ ਗ੍ਰੇਡ ਵਾਲੇ ਪੇਪਰ ਤੋਂ ਹੀ ਪਤਾ ਲੱਗਿਆ। ਹਾਲਾਂਕਿ ਪੇਪਰ ਨਹੀਂ ਔਖਾ ਹੋਊਗਾ ਥਰਡ ਗ੍ਰੇਡ ਵਾਲਾ। ਮੈਂ ਸੈਕੰਡ ਗ੍ਰੇਡ ਵਾਲੀ ਕਿਹਾ ਸੀਗਾ ਵੀ ਔਖਾ ਆਊਗਾ, ਕਿਉਂਕਿ ਪਹਿਲਾਂ ਹੀ ਪਤਾ ਹੀ ਆ, ਉਹ ਤਾਂ ਚਲੋ ਕਾਮਨ ਹੀ ਹੈ। ਥਰਡ ਗ੍ਰੇਡ ਵਾਲਾ ਪੇਪਰ ਨਹੀਂ ਔਖਾ ਬਣੂਗਾ, ਹਾਂ, ਪਰ ਉਹਦੇ ਵਾਸਤੇ ਕੰਸੈਪਟ ਤਾਂ ਕਲੀਅਰ ਕਰਨਾ ਪਊਗਾ। ਤੁਸੀਂ ਕਹੋ ਵੀ ਕੋਈ ਟੈਸਟ ਸੀਰੀਜ਼ਾਂ ਲੈ ਲਗੇ ਅਸੀਂ ਭੱਜ ਕੇ, ਅਤੇ ਫਿਰ ਅਸੀਂ ਉਹਦੇ ਤੋਂ ਵੈਸੇ, ਕਿਉਂਕਿ ਟੈਸਟ ਸੀਰੀਜ਼ਾਂ ਦੇ ਵਿੱਚ ਪ੍ਰਸ਼ਨ ਆਪਾਂ ਨੂੰ ਕੀ ਪਤਾ ਵੀ ਕੌਣ ਕਿਵੇਂ ਬਣਾਈ ਜਾਂਦਾ, ਕੀ ਕਰੀ ਜਾਂਦਾ, ਆਪਾਂ ਨੂੰ ਕੀ ਪਤਾ, ਹੈ ਨਾ। ਅਤੇ ਇਸ ਕਰਕੇ ਕੀ ਆ, ਇਹਦੇ ਤੋਂ ਥੋੜ੍ਹਾ ਜਿਹਾ ਤੁਸੀਂ ਥਿਓਰੀ ਜ਼ਰੂਰ ਪੜ੍ਹਨੀ ਆ। ਮੇਰੇ ਵੱਲੋਂ ਭਾਵੇਂ ਜਿੰਨੀਆਂ ਮਰਜ਼ੀ ਟੈਸਟ ਸੀਰੀਜ਼ਾਂ 'ਤੇ ਚੱਲੋ, ਕੋਈ ਦਿੱਕਤ ਨਹੀਂ। ਉੱਧਰੋਂ ਇਕੱਠੀਆਂ ਕਰਕੇ ਸਾਰੀਆਂ ਭਾਵੇਂ 2 ਟੈਸਟ ਸੀਰੀਜ਼, ਕੋਈ ਚੱਕਰ ਨਹੀਂ ਗਾ, ਪਰ ਉਹ ਕਮ ਸੇ ਕਮ ਪਹਿਲਾਂ ਥਿਓਰੀ ਪੜ੍ਹ ਲਿਓ, ਲਿਓ। ਕਿਤੇ ਐ ਨਾ ਹੋਵੇ ਟੈਸਟ ਸੀਰੀਜ਼ ਤੁਹਾਨੂੰ ਲੈ ਕੇ ਬਹਿ ਜੇ, ਤੁਹਾਡਾ ਬੇੜਾ ਨਾ ਬਹਿ ਜੇ। ਉਹ ਬੇੜਾ ਜਿਹੜਾ ਤਾਰਨਾ ਹੈ ਆਪਾਂ, ਬਿਠਾਉਣਾ ਨਹੀਂ ਗਾ, ਠੀਕ ਹੈ। ਹਾਂ, ਸਰਕਵੇਂ ਵਿਅੰਜਨਾਂ ਨੂੰ ਅਰਧ ਸਵਰ ਵੀ, ਅਰਧ ਵਿਅੰਜਨ ਵੀ ਕਹਿ ਦਿੰਦੇ ਆ। ਯਈਆ ਅਤੇ ਵਾਵਾ ਇਹ ਦੋਨੇ ਆ ਜਿਹੜੇ, ਇਹ ਕਦੀ ਤਾਂ ਆਪਣੇ ਕੀ ਨਾ ਲੈਂਦੇ ਆ, ਇਹ ਕਦੀ ਤਾਂ ਅਰਧ ਸਵਰ ਬਣ ਜਾਂਦੇ ਆ, ਕਦੀ ਅਰਧ ਵਿਅੰਜਨ ਬਣ ਜਾਂਦੇ ਆ, ਠੀਕ ਹੈ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਅਗਲਾ ਪ੍ਰਸ਼ਨ ਹੈ ਜਿਹੜਾ, ਕਿਹੜੇ ਅੱਖਰਾਂ ਦੇ ਉਚਾਰਨ ਵੇਲੇ ਸਾਹ ਦੀ ਹਵਾ ਉਚਾਰਨ ਅੰਗਾਂ, ਉਚਾਰਨ ਜੰਗਾਂ ਨਹੀਂ, ਉਚਾਰਨ ਅੰਗਾਂ ਨਾਲ ਰਗੜ ਖਾਂਦੀ ਹੈ। ਰਗੜਨਾ ਮਤਲਬ ਖਹਿਣਾ, ਖਹਿਵੇਂ ਵਿਅੰਜਨ, ਲੈ ਸਿੱਧਾ ਹੀ ਆ ਗਿਆ। ਡੱਕਵੇਂ ਵਿਅੰਜਨ ਜਿਹੜੇ ਮਤਲਬ ਕੀ ਆ ਵੀ ਸਾਹ ਦੀ ਹਵਾ ਜਿਹੜੀ ਉਹ ਕੁਝ ਰੁਕ ਕੇ ਆਉਂਦੀ ਹੈ, ਡੱਕ ਕੇ। ਡੱਕਣਾ ਹੁੰਦਾ ਰੋਕਣਾ। ਕਾਂਬਵੇ ਤਾਂ ਪਤਾ ਹੀ, ਆਪਾਂ ਇੱਕ ਹੀ ਪੜ੍ਹਦੇ ਹਾਂ। ਰਾਰਾ ਹੈ ਜਿਹੜਾ ਉਹ ਕਾਂਬਵਾ ਵਿਅੰਜਨ ਹੈ, ਕਿਉਂਕਿ ਜਦੋਂ ਆਪਾਂ ਰਾਰਾ ਬੋਲਦੇ ਹਾਂ ਤਾਂ ਆਪਣੀ ਜ਼ਬਾਨ ਹੈ ਜਿਹੜੀ ਇਹ ਕੰਬਦੀ ਹੈ ਨਾ, ਰ ਬੋਲਦੇ ਹਾਂ ਰ। ਹੁਣ ਸਰਕਵੇ ਤਾਂ ਆਪਾਂ ਉੱਪਰ ਪੜ੍ਹ ਹੀ ਲਏ, ਯਈਆ ਅਤੇ ਵਾਵਾ ਦੋਨੇ ਸਰਕਵੇ, ਠੀਕ ਹੈ ਜੀ। ਸੋ ਇਹ ਹੈ ਜਿਹੜਾ ਇਹ ਖਹਿਵੇ ਵਿਅੰਜਨ ਹੈ। ਖਹਿ ਕੇ ਲੰਘਣਾ ਮਤਲਬ ਖਹਿਣਾ, ਰਗੜ ਖਾਣੀ ਉਸ ਨੂੰ ਕਿਹਾ ਜਾਂਦਾ, ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ 14 ਨੰਬਰ ਪ੍ਰਸ਼ਨ ਹੈ, ਆਵਾਜ਼ ਦੇ ਉਤਰਾਅ ਚੜ੍ਹਾਅ ਨੂੰ ਕੀ ਕਿਹਾ ਜਾਂਦਾ ਹੈ। ਆਵਾਜ਼ ਦੇ ਉਤਰਾਅ ਚੜ੍ਹਿਆ, ਆ ਕੀ ਕਰਤਾ ਹੋਏ, ਆਵਾਜ਼ ਦੇ ਉਤਰਾਅ ਚੜ੍ਹਾਅ, ਉਤਾਰ ਚੜ੍ਹਾਅ ਵੀ ਹੁੰਦਾ, ਉਤਰਾਅ ਚੜ੍ਹਾਅ ਵੀ, ਠੀਕ ਹੈ, ਕੋਈ ਗੱਲ ਨਹੀਂ। ਉਤਾਰ ਚੜ੍ਹਾਅ ਨੂੰ ਕੀ ਕਿਹਾ ਜਾਂਦਾ ਹੈ। ਆਵਾਜ਼ ਦੇ ਉਤਾਰ ਚੜ੍ਹਾਅ ਨੂੰ ਸਵਰ ਕਿਹਾ ਜਾਂਦਾ ਹੈ, ਜਾਂ ਸੁਰ ਕਿਹਾ ਜਾਂਦਾ ਹੈ, ਜਾਂ ਤਾਲ ਕਿਹਾ ਜਾਂਦਾ ਹੈ, ਜਾਂ ਬਲ ਕਿਹਾ ਜਾਂਦਾ ਹੈ। ਸੋ ਆਵਾਜ਼ ਦੇ ਉਤਾਰ ਚੜ੍ਹਾਅ ਨੂੰ ਮਤਲਬ ਆਵਾਜ਼ ਨੂੰ ਉੱਚਾ ਨੀਵਾਂ ਹੋਣਾ, ਆਵਾਜ਼ ਦਾ ਉੱਚਾ ਨੀਵਾਂ ਜਾਣਾ, ਉਸ ਨੂੰ ਕਿਹਾ ਜਾਂਦਾ ਜੀ ਸੁਰ, ਠੀਕ ਹੈ ਜੀ। ਟੋਨ ਜਿਹਨੂੰ ਆਪਾਂ ਅੰਗਰੇਜ਼ੀ 'ਚ ਕਹਿ ਦਿੰਦੇ ਹਾਂ, ਠੀਕ ਹੈ ਜੀ। ਅਗਲਾ ਪ੍ਰਸ਼ਨ, ਭਾਸ਼ਾ ਦਾ ਸਥਾਈ ਰੂਪ ਕਿਹੜਾ ਬਈ। ਮੌਖਿਕ ਹੈ, ਲਿਖਿਤ ਹੈ, ਦੋਨੋਂ ਹੈ, ਜਾਂ ਦੋਹਾਂ ਵਿੱਚੋਂ ਕੋਈ ਨਹੀਂ। ਤੁਸੀਂ ਪੜ੍ਹਿਆ ਹੋਇਆ ਵੀ ਜਿਹੜਾ ਮੌਖਿਕ ਰੂਪ ਹੈ ਇਹ ਭਾਸ਼ਾ ਦਾ ਅਸਥਾਈ ਰੂਪ ਹੁੰਦਾ ਹੈ। ਮੌਖਿਕ ਰੂਪ ਹੈ ਜਿਹੜਾ ਇਹ ਪਹਿਲਾ ਰੂਪ ਜ਼ਰੂਰ ਹੈ। ਭਾਸ਼ਾ ਜਦੋਂ ਪਹਿਲੇ ਰੂਪ ਦੇ ਵਿੱਚ ਸਾਡੇ ਸਾਹਮਣੇ ਆਉਂਦੀ ਹੈ, ਜਦੋਂ ਪਹਿਲਾਂ ਜਨਮ ਲੈਂਦੀ ਹੈ, ਤਾਂ ਮੌਖਿਕ ਰੂਪ ਦੇ ਵਿੱਚ ਹੀ ਜਨਮ ਲੈਂਦੀ ਹੈ। ਲਿਖਿਤ ਰੂਪ ਭਾਵ ਭਾਸ਼ਾ ਦਾ ਲਿਪੀਬੱਧ ਰੂਪ ਹੈ ਜਿਹੜਾ, ਇਹ ਬਹੁਤ ਬਾਅਦ ਦੇ ਵਿੱਚ ਵਿਕਾਸ ਕਰਦਾ ਹੈ ਭਾਸ਼ਾ ਦੇ ਮੌਖਿਕ ਰੂਪ ਤੋਂ। ਪਰ ਲਿਖਿਤ ਰੂਪ ਹੈ ਜਿਹੜਾ ਭਾਸ਼ਾ ਨੂੰ ਸਥਾਈ ਬਣਾਉਂਦਾ ਹੈ, ਭਾਸ਼ਾ ਨੂੰ ਸਥਾਈ ਬਣਾਉਂਦਾ ਹੈ, ਠੀਕ ਹੈ ਬਈ। ਕੀ ਬਣਾਉਂਦਾ ਹੈ? ਭਾਸ਼ਾ ਨੂੰ ਸਥਾਈ ਬਣਾਉਂਦਾ ਹੈ, ਠੀਕ ਹੈ। ਹਾਂ, ਇਸ ਕਰਕੇ ਇਹ ਲਿਖਿਤ ਰੂਪ ਹੈ। ਅਗਲਾ ਪ੍ਰਸ਼ਨ, ਦੇਵਾਸ਼ੇਸ਼ ਹੈ। ਦੇਵਾਸ਼ੇਸ਼ ਕੀ ਹੈ ਬਈ? ਗੁਰਮੁਖੀ ਹੈ, ਬ੍ਰਹਮੀ ਹੈ, ਸ਼ਾਰਦਾ ਹੈ, ਜਾਂ ਪ੍ਰਥਮ ਗੁਰਮੁਖੀ ਹੈ। ਦੇਵਾਸ਼ੇਸ਼ ਕਿਹਨੂੰ ਕਿਹਾ ਜਾਂਦਾ ਹੈ? ਇਹ ਸਾਰੇ ਮਤਲਬ ਕੀ ਹੈ ਵੀ ਬ੍ਰਹਮੀ ਲਿਪੀ ਦੇ ਵਿੱਚੋਂ ਜਿਵੇਂ ਸ਼ਾਰਦਾ, ਫਿਰ ਪ੍ਰਥਮ ਗੁਰਮੁਖੀ, ਫਿਰ ਇਸ ਨੂੰ ਗੁਰਮੁਖੀ ਲਿਪੀ ਕਿਹਾ ਗਿਆ। ਪੰਜਾਬੀ ਭਾਸ਼ਾ ਦੀ ਜਿਹੜੀ ਗੁਰਮੁਖੀ ਲਿਪੀ ਹੈ ਉਹਦਾ ਜਿਹੜਾ ਮੂਲ ਸਰੋਤ ਹੈ ਜਿਹੜਾ, ਉਹ ਹੈਗੀ ਹੈ ਬ੍ਰਹਮੀ ਲਿਪੀ। ਬ੍ਰਹਮੀ ਲਿਪੀ 'ਚੋਂ ਹੀ ਸਾਰੀਆਂ ਲਿਪੀਆਂ ਵਿਕਸਿਤ ਹੋਈਆਂ ਸਾਡੇ, ਤਾਂ ਇਹ ਜਿਹੜੀ ਗੁਰਮੁਖੀ ਵੀ ਹੈ ਜਿਹੜੀ, ਇਹ ਵੀ ਉਸੇ ਵਿੱਚੋਂ ਹੀ ਵਿਕਸਿਤ ਹੋਈ ਹੈ। ਪਰ ਕਿਵੇਂ ਮਤਲਬ ਇਹ ਅਲੱਗ ਕਿਵੇਂ ਹੁੰਦੀ ਹੈ ਦੂਜੀਆਂ ਲਿਪੀਆਂ ਨਾਲੋਂ? ਮਤਲਬ ਬ੍ਰਹਮੀ ਤੋਂ ਬਾਅਦ ਇਹ ਬਣਦੀ ਹੈ ਸ਼ਾਰਦਾ, ਸ਼ਾਰਦਾ ਤੋਂ ਬਾਅਦ ਇਹਦਾ ਨਾਮ ਪੈ ਜਾਂਦਾ ਪ੍ਰਥਮ ਗੁਰਮੁਖੀ, ਅਤੇ ਜਿਹਨੂੰ ਦੇਵਾਸ਼ੇਸ਼ ਵੀ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਇਹਦਾ ਨਾਮ ਗੁਰਮੁਖੀ ਪੈ ਗਿਆ ਵਰਤਮਾਨ ਦੇ ਵਿੱਚ। ਸੋ ਪ੍ਰਥਮ ਗੁਰਮੁਖੀ ਨੂੰ ਕਿਹਾ ਜਾਂਦਾ ਬਾਈ ਦੇਵਾਸ਼ੇਸ਼। ਦੇਵਾਸ਼ੇਸ਼ ਗੁਰਮੁਖੀ ਲਿਪੀ ਦਾ ਹੀ ਨਾਮ ਹੈ ਪੁਰਾਣਾ, ਮਤਲਬ ਇਹਨੂੰ ਕੀ ਹੈ? ਪ੍ਰਥਮ ਗੁਰਮੁਖੀ ਵੀ ਕਿਹਾ ਜਾਂਦਾ। ਇਹ ਵੀ ਤੁਸੀਂ ਯਾਦ ਰੱਖਣਾ ਹੈ। ਅੱਗੇ, ਭਾਸ਼ਾ ਦੇ ਰੂਪ ਦੀ ਸਾਰਥਕ ਅਤੇ ਸ਼ੁੱਧ ਵਿਵਸਥਾ ਹੈ। ਲਓ ਜੀ,
ਭਾਸ਼ਾ ਦੇ ਰੂਪ ਦੀ ਸਾਰਥਕ ਅਤੇ ਸ਼ੁੱਧ ਵਿਵਸਥਾ ਹੈ ਲਿਖਤ ਭਾਸ਼ਾ, ਮੌਖਿਕ ਭਾਸ਼ਾ, ਵਿਆਕਰਨ ਜਾਂ ਕੋਈ ਨਹੀਂ। ਅਸਲ ਦੇ ਵਿੱਚ ਕੀ ਹੈ, ਜੇ ਤੁਸੀਂ ਵਿਆਕਰਨ ਦੀ ਜਮਾਤ ਪੜ੍ਹੀ ਹੋਈ ਹੈ ਆਪਣੀ, ਤਾਂ ਇਹ ਵਿਆਕਰਨ ਦੀ ਇੱਕ ਪਰਿਭਾਸ਼ਾ ਹੈ। ਵਿਆਕਰਨ ਆਪਾਂ ਕਹਿ ਦਿੰਦੇ ਹਾਂ ਵੀ ਭਾਸ਼ਾ ਦੇ ਨਿਯਮ ਜਿਹੜੇ ਉਹਨਾਂ ਨੂੰ ਆਪਾਂ ਵਿਆਕਰਨ ਕਹਿ ਦਿੰਦੇ ਹਾਂ, ਭਾਸ਼ਾ ਸੰਬੰਧੀ ਨਿਯਮਾਂ ਨੂੰ, ਹੈ ਨਾ। ਸੋ ਇਹਨੂੰ ਹੋਰ ਰੂਪ ਦੇ ਵਿੱਚ ਵੀ ਵਿਆਕਰਨ ਦੀ ਪਰਿਭਾਸ਼ਾ ਹੁੰਦੀ ਹੈ ਇੱਕ, ਵੀ ਭਾਸ਼ਾ ਦੇ ਰੂਪ ਦੀ ਸਾਰਥਕ ਅਤੇ ਸ਼ੁੱਧ ਵਿਵਸਥਾ ਹੈ, ਉਸ ਨੂੰ ਕਿਹਾ ਜਾਂਦਾ ਵਿਆਕਰਨ। ਠੀਕ ਹੈ ਬਈ। ਅਗਲਾ ਪ੍ਰਸ਼ਨ, ਗੁਰਮੁਖੀ ਵਰਨਮਾਲਾ ਦਾ ਅੱਖਰ ਕ੍ਰਮ ਕਿਸ ਉੱਪਰ ਆਧਾਰਿਤ ਹੈ? ਗੁਰਮੁਖੀ ਵਰਨਮਾਲਾ ਦੇ ਜਿਹੜਾ ਅੱਖਰ ਕ੍ਰਮ ਹੈ, ਊੜਾ ਐੜਾ ਈੜੀ ਸੱਸਾ, ਉਸ ਤੋਂ ਬਾਅਦ ਅੱਖਰ ਕ੍ਰਮ ਕਿਵੇਂ ਚੱਲਦਾ ਹੈ ਨਾ, ਕੱਕਾ ਖੱਖਾ ਗੱਗਾ ਕੱਗਾ ਗੰਗਾ, ਚੱਚਾ ਛੱਛਾ ਜੱਜਾ ਝੱਜਾ ਝੀਆਂ, ਟੈਂਕਾ ਠੱਠਾ ਡੱਡਾ ਟੱਡਾ ਨਾਣਾ, ਤੱਤਾ ਥੱਥਾ ਦੱਦਾ ਤੱਦਾ ਨੰਨਾ, ਪੱਪਾ ਫੱਫਾ ਬੱਬਾ ਪੱਬਾ ਮੰਮਾ, ਯਾ ਰਾ ਰਾ ਲੱਲਾ ਵਾ ਡਾੜਾ। ਥੱਲੇ ਤੁਹਾਨੂੰ ਪਤਾ ਹੀ ਹੈ ਅੰਤ ਵਿੱਚ ਨਵੀਨ ਵਰਗ ਹੈ ਜਿਹੜਾ ਉਹ ਪੈਰ ਬਿੰਦੀ ਵਾਲਾ। ਸੋ ਇਹ ਹੈ ਜਿਹੜਾ ਉਚਾਰਨ ਸਥਾਨ ਦੇ ਆਧਾਰ 'ਤੇ ਹੈ ਬਈ। ਗੁਰਮੁਖੀ ਵਰਨਮਾਲਾ ਦਾ ਅੱਖਰ ਕ੍ਰਮ ਹੈ ਜਿਹੜਾ ਇਹ ਉਚਾਰਨ ਸਥਾਨ ਦੇ ਆਧਾਰ 'ਤੇ ਹੈ। ਠੀਕ ਹੈ। ਹਾਂ ਵੀ ਮਤਲਬ ਕੀ ਹੈ ਵੀ ਜਿਹੜੀਆਂ ਕੰਠੀ ਧੁਨੀਆਂ ਉਹ ਇੱਕਸਾਰ ਆ ਗਈਆਂ, ਉਲਟ ਜੀਬੀ ਹੈ ਨਾ ਇੱਕ ਲਾਈਨ ਦੇ ਵਿੱਚ ਆ ਗਈਆਂ, ਇਸ ਕਰਕੇ ਉਚਾਰਨ ਸਥਾਨ ਦੇ ਆਧਾਰ 'ਤੇ ਹੈ ਨਾ। ਦੰਤੀ ਧੁਨੀਆਂ ਜਿਵੇਂ ਤੱਤਾ ਥੱਥਾ ਦੱਦਾ ਤੱਦਾ ਨੰਨਾ, ਇਹ ਇੱਕ ਲਾਈਨ ਦੇ ਵਿੱਚ ਆ, ਇੱਕ ਵਰਗ ਦੇ ਵਿੱਚ ਹੈ, ਇਸ ਕਰਕੇ ਇਹਨੂੰ ਕਿਹਾ ਜਾਂਦਾ ਉਚਾਰਨ ਸਥਾਨ ਦੇ ਆਧਾਰ 'ਤੇ ਅੱਖਰ ਕ੍ਰਮ ਹੈ ਗੁਰਮੁਖੀ ਵਰਨਮਾਲਾ ਦਾ। ठीक है भाई। अगला प्रश्न देवियों और सज्जनों, आपकी स्क्रीन पर ये रहा। ਧੁਨੀ ਨੂੰ ਅੰਕਿਤ ਕਰਦਾ ਹੈ ਬਈ, ਕੌਣ ਅੰਕਿਤ ਕਰਦਾ ਹੈ? ਸ਼ਬਦ ਕਰਦਾ ਹੈ, ਲਿਪੀ ਚਿੰਨ੍ਹ ਕਰਦਾ ਹੈ, ਜਾਂ ਉਚਾਰਨ ਕਰਦਾ ਹੈ, ਜਾਂ ਵਰਨਮਾਲਾ? ਧੁਨੀ ਨੂੰ ਸ਼ਬਦ, ਲਿਪੀ ਚਿੰਨ੍ਹ, ਉਚਾਰਨ ਜਾਂ ਵਰਨਮਾਲਾ। ਸੋ ਇਹ ਦੇਖੋ ਜੀ ਪ੍ਰਸ਼ਨ ਬੜਾ ਸ਼ਾਨਦਾਰ ਹੈ, ਬੜਾ ਵਧੀਆ ਪ੍ਰਸ਼ਨ ਹੈ ਇੱਕ, ਹੈ ਨਾ। ਹਾਂ ਇਹਦਾ ਜਿਹੜਾ ਉੱਤਰ ਇੱਕ ਵਾਰੀ ਦੇਖਦੇ ਹਾਂ ਆਪਾਂ। ਧੁਨੀ ਨੂੰ ਅੰਕਿਤ ਕਰਦਾ ਹੈ, ਸ਼ਬਦ ਤਾਂ ਨਹੀਂ ਕਰਦਾ। ਉਚਾਰਨ ਵੀ ਚਲੋ ਠੀਕ ਹੈ ਇੱਕ ਵਾਰੀ। ਹਾਂ ਇਹਦੇ ਵਿੱਚੋਂ ਦੇਖਦੇ ਹਾਂ ਧੁਨੀ ਨੂੰ ਅੰਕਿਤ ਕੌਣ ਕਰਦਾ। ਧੁਨੀ ਨੂੰ ਲਿਪੀ ਚਿੰਨ੍ਹ ਕਰਦਾ ਜਾਂ ਵਰਨਮਾਲਾ ਕਰਦੀ ਹੈ? ਲਿਪੀ ਚਿੰਨ੍ਹ ਕਰਦਾ। ਵਰਨਮਾਲਾ ਤਾਂ ਲਿਪੀ ਚਿੰਨ੍ਹਾਂ ਦੇ ਸਮੂਹ ਨੂੰ ਆਖਦੇ ਆ, ਅੱਗੇ ਹੈ, ਇਹਦੀ ਵਿਆਖਿਆ ਅੱਗੇ ਚੱਲਦੀ ਹੈ ਨਾ। ਸੋ ਇਸ ਕਰਕੇ ਧੁਨੀ ਨੂੰ ਅੰਕਿਤ ਕੀਤਾ ਜਾਂਦਾ ਹੈ ਲਿਪੀ ਚਿੰਨ੍ਹਾਂ ਦੀ ਮਦਦ ਦੇ ਨਾਲ। ਧੁਨੀ ਹੈ ਜਿਹੜੀ ਕੈ, ਉਸ ਨੂੰ ਆਪਾਂ ਇਸ ਲਿਪੀ ਚਿੰਨ੍ਹ ਦੇ ਨਾਲ ਅੰਕਿਤ ਕਰਦੇ ਹਾਂ, ਇਹਨੂੰ ਕਿਹਾ ਜਾਂਦਾ ਹੈ। ਜਦੋਂ ਆਪਾਂ ਇਹਨਾਂ ਨੂੰ ਮਤਲਬ ਕੀ ਹੈ ਲਿਪੀ ਚਿੰਨ੍ਹਾਂ ਦਾ ਸਾਰਾ ਸਮੂਹ ਮਤਲਬ 41 ਦੇ 41 ਅੱਖਰ ਜਦੋਂ ਆਪਾਂ ਲਿਖ ਦਿੰਦੇ ਹਾਂ, ਉਹਨਾਂ ਨੂੰ ਸਮੂਹਿਕ ਰੂਪ ਦੇ ਵਿੱਚ ਕਿਹਾ ਜਾਂਦਾ ਹੈ ਵਰਨਮਾਲਾ। ਵਰਨ ਪੱਟੀ ਵੀ ਕਿਹਾ ਜਾਂਦਾ ਹੈ ਵਰਨਮਾਲਾ ਨੂੰ। ਅਗਲਾ ਤੇ ਅੰਤਮ ਪ੍ਰਸ਼ਨ ਦੇਖਦੇ ਹਾਂ ਆਪਾਂ। ਸਿਮਰਨਜੀਤ ਸਰ ਨੂੰ ਥੋੜ੍ਹਾ ਜਿਹਾ ਜ਼ੁਕਾਮ ਲੱਗ ਚੁੱਕਿਆ, ਇਸ ਕਰਕੇ ਆਪਾਂ ਇਹ ਅੰਤਮ ਪ੍ਰਸ਼ਨ ਦੇਖਣਾ, ਉਸ ਤੋਂ ਬਾਅਦ ਆਪਾਂ ਸਮਾਪਤੀ ਕਰਨੀ ਹੈ। ਕਲਾਸਾਂ ਤੁਹਾਨੂੰ ਰੈਗੂਲਰ ਮਿਲਦੀਆਂ ਰਹਿਣਗੀਆਂ। ਲਾਈਵ ਕਲਾਸ ਤੁਹਾਨੂੰ ਦੱਸਿਆ ਮੈਂ ਵੀ ਇੱਕ ਵਾਰ ਚੈਨਲ ਤੁਸੀਂ ਜਿਹੜੇ ਮਤਲਬ ਅਨਸਬਸਕ੍ਰਾਈਬ ਜਿਨ੍ਹਾਂ ਨੇ ਮਤਲਬ ਸਬਸਕ੍ਰਾਈਬ ਨਹੀਂ ਕੀਤਾ ਹੋਇਆ, ਉਹ ਸਬਸਕ੍ਰਾਈਬ ਕਰੋ ਪਹਿਲਾਂ, ਬੈਲ ਆਈਕਨ ਜ਼ਰੂਰ ਦਬਾ ਲਿਓ। ਠੀਕ ਹੈ, ਮਤਲਬ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਤੁਸੀਂ ਕਰ ਲਓਗੇ, ਮੈਨੂੰ ਭਰੋਸਾ ਪੂਰਾ ਹੈ। ਤੁਹਾਡਾ ਜਿਹੜਾ ਉਹ ਅੰਗੂਠਾ ਜਿਹੜਾ ਪੂਰਾ ਵਰਕ ਕਰਦਾ, ਮੈਨੂੰ ਉਮੀਦ ਹੈ। ਹਾਂ ਭਾਸ਼ਾਈ ਚਿੰਨ੍ਹਾਂ ਦੀ ਪ੍ਰਕਿਰਤੀ ਹੈ ਪ੍ਰਬੰਧਕੀ, ਸਮਾਜਿਕ, ਮੌਖਿਕ ਜਾਂ ਆਪ ਹੁਦਰੀ। ਭਾਸ਼ਾਈ ਚਿੰਨ੍ਹਾਂ ਦੀ ਪ੍ਰਕਿਰਤੀ, ਇਹਦੇ 'ਤੇ ਬੜੀ ਸ਼ਾਨਦਾਰ ਕਲਾਸ ਆਪਾਂ ਬਣਾਈ ਹੋਈ ਹੈ ਨਾ। ਇਹਦੀ ਆਪਣੀ ਐਪ ਦੇ ਵਿੱਚ ਕਲਾਸ ਬਹੁਤ ਵਧੀਆ ਬਣੀ ਹੋਈ ਹੈ। ਇੱਕ ਤਾਂ ਇਹਦੀ ਵਿਆਖਿਆ ਥੋੜ੍ਹੀ ਜਿਹੀ ਮੈਂ ਕਰ ਦਿੰਦਾ ਵੀ ਭਾਸ਼ਾਈ ਚਿੰਨ੍ਹਾਂ ਦੀ ਪ੍ਰਕਿਰਤੀ ਹੈ ਜਿਹੜੀ ਉਹ ਆਪ ਹੁਦਰੀ ਹੈ। ਆਪ ਹੁਦਰੀ ਦਾ ਮਤਲਬ ਹੁੰਦਾ ਮਨਮਾਨੀ, ਮਨ ਮਰਜ਼ੀ ਵਾਲੀ, ਜਿਹਨੂੰ ਕਿਹਾ ਜਾਂਦਾ ਮਨਮਾਨੀ, ਮਨ ਮਰਜ਼ੀ ਵਾਲੀ। ਸੋ ਇਹਦੇ ਵਿੱਚ ਮਨਮਾਨੀ ਕਿਵੇਂ ਆ ਭਾਸ਼ਾਈ ਚਿੰਨ੍ਹਾਂ ਦੀ? ਮਤਲਬ ਕੀ ਹੈ ਵੀ ਚਿੰਨ੍ਹ ਤੇ ਮੂਲ ਵਸਤੂ ਹੈ ਜਿਹੜੀ ਉਹਨਾਂ ਦਾ ਸੰਬੰਧ ਆਪਸ ਦੇ ਵਿੱਚ ਮਨਮਾਨਾ ਹੁੰਦਾ ਹੈ। ਮੂਲ ਵਸਤੂ ਤੇ ਚਿੰਨ੍ਹ, ਹੈ ਨਾ। ਹੁਣ ਆਪਾਂ ਜਿਵੇਂ ਮੰਨ ਲਓ ਜਾਨਵਰ ਘੋੜਾ ਹੈ, ਜਿਹੜਾ ਘੋੜੇ ਵਾਸਤੇ ਚਿੰਨ੍ਹ ਹੈ ਜਿਹੜਾ ਉਹ ਆਪਾਂ ਆਹ ਇਸਤੇਮਾਲ ਕੀਤਾ। ਅਸਲੀ ਜਾਨਵਰ ਹੈ ਜਿਹੜਾ ਆ ਘੋੜਾ, ਐਵੇਂ ਕਰਕੇ ਆ ਜਿਹੜਾ ਮੈਂ ਬਣਾਇਆ ਨਾ, ਇਹ ਘੋੜਾ ਹੀ ਹੈ ਸਮਝੋ ਤੁਸੀਂ। ਆ ਲੱਤਾਂ ਇਹਦੀਆਂ ਘੋੜੇ ਦੀਆਂ। ਹੁਣ ਮੈਂ ਐਡੀ ਛੇਤੀ ਕਿੱਥੋਂ ਪੇਂਟਰ ਬਣ ਜਾ ਤੁਹਾਡੇ ਵਾਸਤੇ? ਆ ਘੋੜਾ ਹੀ ਸਮਝੋ ਤੁਸੀਂ ਇਹਨੂੰ। ਆਹ ਠੀਕ ਹੈ। ਹਾਂ ਸੋ ਇਹ ਆਪਣਾ ਆ ਤੁਸੀਂ ਮੰਨ ਲਓ ਵੀ ਘੋੜਾ ਅਸਲੀ ਜਾਨਵਰ ਇਹ ਹੈ, ਅਤੇ ਇਹਦਾ ਮਤਲਬ ਕੀ ਹੈ ਚਿੰਨ੍ਹ ਹੈ, ਹੈ ਨਾ। ਇਹਦੇ ਵਿੱਚ ਜਿਹੜਾ ਸੰਬੰਧ ਹੈ ਇਹਨਾਂ ਦਾ ਆਪਸ ਦੇ ਵਿੱਚ ਸੰਬੰਧ ਹੈ, ਇਹ ਹੈਗਾ ਭਾਸ਼ਾਈ ਚਿੰਨ੍ਹਾਂ ਦੀ ਪ੍ਰਕਿਰਤੀ ਆਪ ਹੁਦਰੀ ਹੈ। ਇਹ ਮਨਮਾਨਾ ਹੈ। ਇਹ ਮੰਨ ਲਓ ਵੀ ਕੋਈ ਇਸ ਤਰ੍ਹਾਂ ਨਹੀਂ ਗਾ ਵੀ ਇਹ ਨਿਰਧਾਰਿਤ ਨਹੀਂ ਕੀਤਾ ਹੋਇਆ। ਅਗਰ ਜੇ ਇਸ ਨੂੰ ਨਿਰਧਾਰਿਤ ਕੀਤਾ ਹੁੰਦਾ ਦੁਨੀਆ ਦੇ ਸਾਰੇ ਮਨੁੱਖਾਂ ਨੇ ਰਲ ਕੇ, ਤਾਂ ਹਰ ਭਾਸ਼ਾ ਦੇ ਵਿੱਚ ਘੋੜਾ ਜਾਨਵਰ ਵਾਸਤੇ ਘੋੜਾ ਸ਼ਬਦ ਹੀ ਇਸਤੇਮਾਲ ਕਰਨਾ ਹੁਣ ਸੀ। ਅੰਗਰੇਜ਼ਾਂ ਨੇ ਹਾਰਸ ਸ਼ਬਦ ਦਾ ਇਸਤੇਮਾਲ ਨਹੀਂ ਸੀ ਕਰਨਾ, ਉਹਨਾਂ ਨੇ ਵੀ ਘੋੜਾ ਹੀ ਕਹਿਣਾ ਸੀ ਫਿਰ।
ਸਮਝ ਗਏ ਨਾ। ਫਿਰ ਸੰਸਕ੍ਰਿਤ ਦੇ ਵਿੱਚ ਵੀ ਇਹਨੂੰ ਅਸ਼ਵ ਨਹੀਂ ਸੀ ਕਿਹਾ ਜਾਣਾ, ਸੰਸਕ੍ਰਿਤ ਦੇ ਵਿੱਚ ਵੀ ਇਹਨੂੰ ਘੋੜਾ ਹੀ ਕਿਹਾ ਜਾਣਾ ਸੀ। ਇਸ ਕਰਕੇ ਕੀ ਹੈ, ਮਨਮਾਨਾ ਹੈ, ਮਤਲਬ ਸਮਾਜ ਦੇ ਲੋਕਾਂ ਨੇ ਆਪਣੇ ਹਿਸਾਬ ਨਾਲ ਮਤਲਬ ਉਹਨਾਂ ਦੇ ਵਿੱਚ ਇਸ ਦਾ ਨਾਮ ਨਿਰਧਾਰਿਤ ਹੋ ਗਿਆ, ਇਸ ਦਾ ਮਨਮਾਨੇ ਤਰੀਕੇ ਨਾਲ। ਇਹ ਮਨਮਾਨੇ ਕਿਹਾ ਜਾਂਦਾ ਇਹਨਾਂ ਨੂੰ। ਆਪ ਹੁਦਰੇ 'ਚ ਆਪ ਇਹਨਾਂ ਦੀ ਦੋਨਾਂ ਦੀ ਪ੍ਰਕਿਰਤੀ ਹੈ ਜਿਹੜੀ, ਇਹ ਆਪ ਹੁਦਰੀ ਹੈ। ਭਾਸ਼ਾ 'ਚ ਇਹਨਾਂ ਦੀ ਪ੍ਰਕਿਰਤੀ ਕੀ ਹੈ ਜੀ, ਆਪ ਹੁਦਰੀ ਹੈ। ਸੋ ਇਹ ਹੈ ਜਿਹੜੇ ਪ੍ਰਸ਼ਨ ਤੁਹਾਡੇ ਕਲੀਅਰ ਹੋ ਚੁੱਕੇ ਹੈ, ਇਹ ਤੁਸੀਂ ਯਾਦ ਰੱਖਣੇ ਹੈ। ਇਹਦੇ ਵਿੱਚੋਂ ਵਿਆਖਿਆ ਜਿਹੜੀ ਉਹ ਵੀ ਤੁਸੀਂ ਯਾਦ ਰੱਖਣੀ ਹੈ। ਸੋ ਠੀਕ ਹੈ ਜੀ, ਜਲਦੀ ਮਿਲਦੇ ਹਾਂ ਜੀ। ਸਤਿ ਸ਼੍ਰੀ ਅਕਾਲ।